दर्शकों का स्वागत है तो मैं हाँ तुहाडे नाल नपिंदर सिंह बराड़। अज चर्चा हो रही है बिक्रम मजीठिया की। जी हाँ, बिक्रम मजीठिया क्योंकि चोणां नेड़े ने तो बिक्रम मजीठिया का नाम लगातार चर्चा दे विच है। सत्ताधर कहती है कि बिक्रम मजीठिया ते असीं परचा दिता है तो बिक्रम मजीठिया लभदे नहीं, रेडां हो रही ने। पर दूजे पासे अकाली दल कहता है कि बिक्रम मजीठिया किते नहीं भज्जे, उहदा दरबार साहब नतमस्तक भी होके आ गए ने, बेकसूर ने, जल्दी जमानत भी मिलेगी। साडे नाल सुखजिंदर रंधावा ने, पंजाब के उप मुख्यमंत्री भी ने ते गृह मंत्री भी ने, जिहड़े लगातार कैप्टन अमरिंदर सिंह की कारगुजारी ते सवाल चुकते रहे। रंधावा साहब, बिक्रम मजीठिया तुसीं कहंदे फरार आ ते अकाली दल दावा करदा कि पहली गल ते मैं वेखो दरबार साहब जाना, चोर उचक्के भी जाते हैं, नशेड़ी भी जाते हैं, तो उत्थे भुल्लां बख्शाउण वाले भी जाते हैं। उत्थे भी अरदास करी दी मैं पापी तू बख्शनहार। तो उत्थे ते आपां उत्थे नतमस्तक होण तो किसी नूं रोकया नहीं जा सकदा। सब सांझीवालता दा उत्थे उपदेश। पर जिहड़ियां फोटोग्राफ्स ने ਉਹਦੇ 'ਚ जे मजीठिया साहब गए ने तो फिर दरबार साहब के अंदर जाके सचखंड 'ਚ क्यों नहीं मत्था टेक के आए, उत्थे अकाल तख्त साहब के अंदर क्यों नहीं जाके मत्था टेक के आए। जिहड़ियां फोटोआं ने मेरे ख्याल पुराणियां ने जां किते इदां दियां ने, ठीक है। अगे दूसरी चीज़ जिहड़ी है कि जिहड़े ओह कहंदे ने कि फरार नहीं गए, तो दरबार साहब के अंदर पुलिस कभी भी एंटर नहीं करेगी और ना ही जिन्नी चिर SGPC नहीं कहती कि तुसीं अंदर आके कोई सर्च, जे SGPC कहेगी सर्च फिर भी बड़ा सोच समझ के करांगे। जे दिन दिहाड़े भी अंदर होणगे तां भी नहीं जाओगे। बिल्कुल नहीं। वेखो गलत गल है कि पवित्रता दरबार साहब की कभी ਇਹੋ ਜਿਹੀ नहीं होण दित्ती जाएगी। इन्हां दे ਇਹ ਜ਼ਰੂਰ ਬੰਦੇ ਜਿਹੜੇ ਨੇ ਇਹੋ ਜਿਹੇ ਅਕਾਲੀ ਦਲ ਵਾਲੇ ਜਿਹੜੇ ਨੇ ਇਹ ਪਵਿੱਤਰਤਾ ਭੰਗ ਕਰਨ 'ਚ ਹਮੇਸ਼ਾ ਅੱਗੇ ਰਹੇ ਨੇ। ਔਰ ਜਿਹੜੇ ਭਗੌੜੇ ਨੇ ਉਹਨਾਂ ਦਾ ਇਸ ਤਰ੍ਹਾਂ ਬਾਅਦ 'ਚ ਚੈਲੰਜ ਕਰਨਾ, ਇਹਦੇ ਵਰਗੇ ਵਿਰਸਾ ਸਿੰਘ ਬਲਟੋਏ ਵਰਗੇ ਜਿਹੜੇ ਆਪ ਬਾਹਾਂ ਖੜੀਆਂ ਕਰਕੇ ਅੰਦਰੋਂ ਨਿਕਲ ਕੇ ਆਏ ਨੇ ਦਰਬਾਰ ਸਾਹਿਬ 'ਚੋਂ, ਤੇ ਜੋ ਕਹਿੰਦੇ ਕਿ ਉਹ ਸਾਡਾ ਸ਼ੇਰ ਫਿਰਦਾ। ਜਦ ਲਾਹਨਤ ਆ ਨਸ਼ੇ ਵੇਚਣ ਵਾਲੇ ਨੂੰ ਸ਼ੇਰ ਕਹਿਣਾ, ਨਸ਼ੇ ਵੇਚਣ ਵਾਲੇ ਨੂੰ ਕਹਿਣਾ। ਪੋਲੀਟੀਕਲ ਵੈਂਡੇਟਾ ਨਾ, ਉਹ ਕਹਿੰਦੇ ਤੁਸੀਂ ਝੂਠਾ ਪਰਚਾ ਦਿੱਤਾ, ਉਹ ਕਹਿੰਦੇ ਰਾਜਨੀਤੀ ਤੋਂ ਪ੍ਰੇਰਿਤ ਪਰਚਾ ਦਿੱਤਾ। ਤੁਸੀਂ ਕਹਿੰਦੇ ਸੀ ਕਿ ਬਿਕਰਮ ਮਜੀਠੀਆ ਅੰਦਰ ਦੇਣਾ, ਉਹ ਕਹਿੰਦੇ ਕਿ ਝੂਠਾ ਪਰਚਾ ਦਿੱਤਾ ਤੁਸੀਂ। ਇਹਦਾ ਮਤਲਬ ਕਿ ਅਦਾਲਤਾਂ ਝੂਠੀਆਂ ਨੇ। ਜੇ ਅਦਾਲਤ ਦੇ ਵਿੱਚ ਜਿਹੜਾ ਦਿੱਤਾ ਗਿਆ ਨੇ ਹਰਪ੍ਰੀਤ ਸਿੱਧੂ ਨੇ, ਕਹਿੰਦੇ ਕਿ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੋਣੀ ਚਾਹੀਦੀ ਹੈ। ਉਹ ਆਂਦੇ ਰਿਸ਼ਤੇਦਾਰ ਆ, ਉਹ ਰਿਪੋਰਟ 'ਚ ਲਿਖਦੇ ਆ ਰਿਸ਼ਤੇਦਾਰ ਆ ਤੇ ਸਾਡੀ ਉਹਨਾਂ ਆਪ ਐਕਸੈਪਟ ਕਰ, ਉਹਨੇ ਆਪ ਕਿਹਾ ਮੈਂ ਇਹਦਾ ਰਿਸ਼ਤੇਦਾਰ ਹਾਂ। ਤੇ ਫਿਰ ਹਾਈ ਕੋਰਟ ਦੇ ਜੱਜ ਸਾਹਿਬ ਨੇ ਉਦੋਂ ਕਿਉਂ ਨਾ ਵਿਡਰਾ ਕੀਤੀ। ਹਾਈ ਕੋਰਟ ਦੇ ਵਿੱਚ ਦੇਣ ਦੇ ਬਾਵਜੂਦ ਉਸੇ ਆਫੀਸਰ ਕੋਲ ਉਹ ਇਨਕੁਆਰੀ, ਉਸੇ ਆਫੀਸਰ ਕੋਲ ਇਨਕੁਆਰੀ ਰਹੀ ਆ ਕਿ ਤੂੰ ਇਨਕੁਆਰੀ ਕਰੇਗਾ। ਹਾਈ ਕੋਰਟ 'ਚ ਉਹਦੇ ਵਿੱਚ ਲਿਖਿਆ ਗਿਆ ਨਾ, ਜਿਹੜੀ ਰਿਪੋਰਟ ਸੀਗੀ ਉਹਦੇ 'ਚ ਉਹਨੇ ਲਿਖਿਆ ਕਿ ਮੇਰੀ ਇਹਦੀ ਆਹ ਰਿਸ਼ਤੇਦਾਰੀ ਹੈ। ਤੇ ਉਸ ਵੇਲੇ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਚਾਹੀਦਾ ਸੀ ਕਿ ਇਨਕੁਆਰੀ ਜਿਹੜੀ ਕਿਸੇ ਨੂੰ ਹੋਰ ਨੂੰ ਦੇ ਦਿੰਦੇ। ਉਹਦੇ 'ਚ ਉਹਨੇ ਦੇਖਿਆ ਕਿ ਇਹਦੀ ਜਿਹੜੀ ਆ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਔਰ ਕੋਰਟ ਨੇ ਉਹਦੇ 'ਚ ਸਾਨੂੰ ਵੀ ਕਿਹਾ, ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਹਾਈ ਕੋਰਟ 'ਚ ਦੇਖਿਆ ਜਿਸ ਵੇਲੇ ਕੈਪਟਨ ਸਾਹਿਬ ਦੇ ਕੁੰਭ ਕਰਨ ਵਾਲੀ ਨੀਂਦ ਫਾਈਲ ਲੈ ਕੇ ਸੌਂ ਗਏ ਸੀ, ਕਿ ਨਾ ਉਹਨਾਂ ਕਦੇ ਅਖਬਾਰ ਉੱਥੇ ਕੋਰਟ 'ਚ ਗਏ, ਨਾ ਉਹਨਾਂ ਨੇ ਕਦੀ ਇਹਦੇ 'ਤੇ ਹਰ ਵਾਰੀ ਡੇਟ ਜਿਹੜੀ ਸਾਡਾ ਐਡਵੋਕੇਟ ਜਨਰਲ ਔਰ ਇਹਨਾਂ ਦਾ ਜਿਹੜਾ ਦੋਨੇ ਵਕੀਲ ਮਿਲ ਕੇ ਕੰਸੈਂਟ ਨਾਲ 3.5 ਸਾਲ ਡੇਟਾਂ ਹੀ ਲੈਂਦੇ ਰਹੇ। ਪਰ ਰੰਧਾਵਾ ਸਾਹਿਬ ਤੁਹਾਡੇ ਵੀ ਤਾਂ ਹੁਣ 100 ਦਿਨ ਤੁਹਾਡੀ ਸਰਕਾਰ ਨੂੰ ਹੋ ਗਏ। ਤੁਸੀਂ ਯਾਰ ਇਹਦਾ ਮਤਲਬ ਬਰਾੜ ਸਾਹਿਬ ਇੱਕ ਮਿੰਟ ਖਲੋ ਜਾਓ। ਉਦੋਂ ਆ ਕੇ ਕਾਰਵਾਈ ਕੀਤੀ ਹੈ ਕਹਿੰਦੇ ਚੋਣਾਂ ਤੇ। ਇਹਦਾ ਮਤਲਬ 100 ਦਿਨ ਤੋਂ ਪਹਿਲਾਂ ਕੀ ਕਰ ਦਿੰਦੇ, ਅਮਰਿੰਦਰ ਸਿੰਘ ਤੋਂ ਪਹਿਲਾਂ ਕੀ ਕਰ ਦਿੰਦੇ ਅਸੀਂ? ਅਮਰਿੰਦਰ ਸਿੰਘ ਤੋਂ ਬਾਅਦ ਜਾਂ ਤੇ ਇਹ ਕਹੋ ਕਿ ਜਦੋਂ ਦੇ ਤੁਸੀਂ ਬਣੇ ਹੋ ਨਹੀਂ ਕੀਤੇ, ਫਿਰ ਅਸੀਂ ਗੁਨਾਹਗਾਰ ਹਾਂ। ਜਿਸ ਦਿਨ ਆਏ ਆ ਪਹਿਲੇ ਦਿਨ ਸਭ ਤੋਂ ਪਹਿਲਾਂ ਅਸੀਂ ਕੋਰਟ 'ਚ ਜਾ ਕੇ ਇਹਦਾ ਕੇਸ ਕੀਤਾ ਕਿ ਇਹ ਜਿਹੜੀ STF ਦੀ ਰਿਪੋਰਟ ਰਿਲੀਜ਼ ਕਰੋ। ਉਹਨਾਂ ਆਖਿਆ ਤੁਹਾਨੂੰ ਰੋਕਿਆ ਕਿ ਨਹੀਂ, ਇਹੀ ਕਿਹਾ ਨਾ ਹਾਈ ਕੋਰਟ ਨੇ। ਦੁਬਾਰਾ ਫਿਰ ਇਹ ਗਿਆ ਕੋਰਟ 'ਚ ਕਿ ਮੈਨੂੰ ਜਿਹੜਾ ਸੁਣਿਆ ਜਾਏ। ਉਹਨਾਂ ਆਖਿਆ ਇਹਨੂੰ ਕਾਹਦਾ ਸੁਣਨਾ, ਜਾ ਕੇ ਇਨਕੁਆਰੀ ਕਰੋ। ਤੇ ਅਸੀਂ ਆਪਣੀ ਇਨਕੁਆਰੀ ਆਪ ਪਾਰਟੀ ਬਣਿਆ, ਬਿਕਰਮ ਸਿੰਘ ਮਜੀਠੀਆ ਪਾਰਟੀ ਬਣਿਆ ਕਿ ਨਹੀਂ, ਕਿ ਮੈਨੂੰ ਸੁਣਿਆ ਜਾਏ। ਤੇ ਉਹਨਾਂ ਉਹਦੀ ਨਹੀਂ ਸੁਣੀ, ਅਸੀਂ ਕੀਤਾ। ਔਰ ਜੋ ਕੋਰਟ ਨੇ ਕਿਹਾ, ਜੋ ਕਾਨੂੰਨ ਨੇ ਕਿਹਾ, ਉਹਦੇ ਮੁਤਾਬਕ ਅਸੀਂ ਚੱਲ ਰਹੇ ਹਾਂ। ਨਾ ਕਿ ਪੋਲੀਟੀਕਲ ਵੈਂਡੇਟਾ, ਨਸ਼ਾ ਵੇਚਣਾ ਪੋਲੀਟੀਕਲ ਵੈਂਡੇਟਾ ਨਹੀਂ ਕਿਹਾ ਜਾ ਸਕਦਾ। ਇਹ ਵੀ ਇਲਜ਼ਾਮ ਸਿੱਧਾ ਲਾਉਂਦੇ ਆ ਜੀ, ਉਹ ਆਂਦੇ ਵੀ ਪਹਿਲਾਂ ਤੁਸੀਂ DG ਬਦਲਿਆ, ਪਹਿਲਾਂ DG ਨੇ ਕਾਰਵਾਈ ਨਹੀਂ ਕੀਤੀ ਤਾਂ DGP ਕਹਿੰਦੇ ਇਸ ਸ਼ਰਤ ਲਾਏਗਾ ਜੋਸਫ ਸਿੱਧੂ ਤੁਹਾਡੇ ਪ੍ਰਧਾਨ, ਉਹ ਦੇਖੋ ਇਹਦਾ ਕ੍ਰੈਡਿਟ ਲੈਣ ਨੂੰ ਫਿਰਦੇ ਆ। ਉਹ ਕ੍ਰੈਡਿਟ ਕੋਈ ਲਵੇ ਨਾ ਲਵੇ, ਅਸੀਂ ਕਾਨੂੰਨ ਦੇ ਮੁਤਾਬਕ ਚੱਲਾਂਗੇ। ਅਸਤਾਨਾ ਦੀ ਚਿੱਠੀ ਨੇ ਅਸਤਾਨਾ ਦੀ ਚਿੱਠੀ ਦੇ ਉੱਤੇ ਉਹਨੂੰ ਅਸੀਂ ਸਾਈਬਰ ਕ੍ਰਾਈਮ ਕੋਲ ਕੀਤਾ, ਉਹਦੇ ਤੇ FIR ਵੀ ਕਰਾ ਦਿੱਤੀ, ਉੱਥੇ ਸਭ ਕੁਝ ਕੀਤਾ। ਪਰ ਉਹ ਤੱਥਾਂ ਦਾ ਕੀ ਹੋਊਗਾ? ਮੇਰੀ ਗੱਲ ਸੁਣੋ ਇੱਕ ਮਿੰਟ। ਉਹ ਵੀ ਇਨਕੁਆਰੀ ਕਰ ਰਹੇ ਹਾਂ ਕਿ ਜਿਹੜੀ 10 ਪੇਜ ਦੀ ਟਾਈਪ ਕੀਤੀ ਹੈ ਕਿ ਉਹਦਾ ਟਾਈਪ ਰਾਈਟਰ ਹੈ ਕਿ ਤੇ ਬਾਹਰੋਂ ਕਰਾਇਆ ਉਹਨੇ ਟਾਈਪ, ਉਹ ਵੀ ਅਸੀਂ ਇਨਕੁਆਰੀ ਕਰ ਰਹੇ ਹਾਂ। ਹੁਣ ਹੋਊਗਾ ਕੀ? ਤੁਸੀਂ ਤੁਹਾਡੀ ਪੁਲਿਸ ਕਹਿੰਦੀ ਹੈ ਕਿ ਰੇਡਾਂ ਕਰ ਰਹੇ ਆ ਉਹਨਾਂ ਦੇ ਘਰ 'ਚ। ਮੇਰੀ ਗੱਲ ਸੁਣੋ, ਜਦ ਚੋਰ ਦੇ ਉੱਤੇ ਤੁਸੀਂ ਮੇਰੀ ਗੱਲ ਸੁਣੋ, ਜਿਹੜੇ ਚੋਰ ਦੌੜ ਜਾਂਦੇ ਨੇ, ਇਬਰਾਹਿਮ ਦਾਊਦ ਵਰਗੇ ਬਾਹਰ ਬੈਠੇ ਨੇ
ਤੇ ਜਿਹੜੇ ਕੋਈ ਸਮਗਲਰ ਹੁੰਦੇ ਆ ਉਹਨਾਂ ਨੂੰ ਕਿਤੇ ਜੇ ਕੋਈ ਕਰ ਦਿੰਦਾ ਸੀ ਤੇ ਲੁੱਕ ਆਊਟ ਵੀ ਉਹਦਾ ਕਰ ਦਿੱਤਾ ਕਿ ਕਿਤੇ ਬਾਹਰਲੀ ਕੰਟਰੀ 'ਚ ਨਾ ਦੌੜ ਜੇ। ਇੱਦਾਂ ਜਿਹੜੀ ਆਹ ਚੀਜ਼ਾਂ ਗੱਲਾਂ ਕਰਨੀਆਂ ਕਿ ਆ ਬੰਦਾ ਤੁਹਾਡੇ ਕੋਲ ਪੁਲਿਸ ਕੋਲ ਕਿਉਂ ਨਹੀਂ ਫੜਿਆ ਜਾ ਸਕਦਾ, ਤੇ ਇਹਦੇ 'ਚ ਜਿਹੜੇ ਬਾਹਰਲੀਆਂ ਕੰਟਰੀਆਂ 'ਚ ਨੀਰਵ ਮੋਦੀ ਵਰਗੇ ਬੈਠੇ ਆ, ਉਹ ਜਿਹੜਾ ਇੱਕ ਹੋਰ ਆ ਜਿਹੜਾ 9600 ਕਰੋੜ ਹੀ ਲੈ ਕੇ ਦੌੜ ਗਿਆ, ਉੱਥੋਂ ਦਾ MP ਵੀ ਰਿਹਾ, ਉਹ ਵੀ ਬਾਹਰ ਤੁਰਿਆ ਫਿਰਦਾ। ਤੇ ਇਸ ਕਰਕੇ ਜਿਹੜੇ ਇਹੋ ਜਿਹੇ ਹੁੰਦੇ ਆ ਇਹਨਾਂ ਨੂੰ ਫੜਨ ਲਈ ਛਾਪੇ ਮਾਰੇ ਜਾਂਦੇ ਆ ਔਰ ਇਹਨਾਂ ਨੂੰ ਕੰਟਰੋਲ ਕਰਨ ਲਈ ਸਾਡੇ ਕੋਲ ਪੂਰੀ ਜਾਣਕਾਰੀ ਹੈ। ਰਾਘਵ ਚੱਡਾ ਥੋੜੀ ਦੇਰ ਪਹਿਲਾਂ ਬਿਆਨ ਦੇ ਰਹੇ ਸੀ। ਰਾਘਵ ਚੱਡਾ ਕਹਿੰਦੇ ਕਿ ਇਹ ਤਾਂ ਮਜੀਠੀਆ ਤੇ ਚੰਨੀ ਦਾ ਕਹਿੰਦੇ ਗੱਠਜੋੜ ਆ, ਕਹਿੰਦੇ ਸਿਰਫ ਡਰਾਮੇਬਾਜ਼ੀ ਕਰ ਰਹੇ ਆ, ਕਰਨਾ ਕਰਾਉਣਾ ਇਹਨਾਂ ਨੇ ਕੱਖ ਨਹੀਂ। ਚਲੋ ਚੰਨੀ ਤੇ ਉਹਨਾਂ ਦਾ ਗੱਠਜੋੜ ਤੇ ਮੈਂ ਕਹੂੰਗਾ ਕਿ ਸ਼ਾਇਦ ਹੋ ਸਕਦਾ, ਪਰ ਉਹ ਇਹਦੇ ਵਾਂਗੂ ਕੇਜਰੀ ਵਾਂਗੂ ਪੈਰੀ ਪਾਏ ਕਿਤੇ ਨਹੀਂ ਮਾਫੀ ਮੰਗੀ, ਉਹਦਾ ਜਵਾਬ ਦੇ ਦੇ। ਅਸੀਂ ਤਾਂ ਫਿਰ FIR ਕੀਤੀ ਆ ਤੇ ਇਹਨਾਂ ਦਾ ਕੇਜਰੀਵਾਲ ਤੇ ਮਾਫੀ ਮੰਗ ਕੇ ਉੱਠਿਆ ਸੀ, ਉਹਦਾ ਤੁਸੀਂ ਮੈਨੂੰ ਜਵਾਬ ਦੇ ਦਿਓ ਕਿ ਕੇਜਰੀਵਾਲ ਨੇ ਮਾਫੀ ਮੰਗੀ ਕਿ ਨਹੀਂ ਮੰਗੀ, ਕਹਿ ਦਿਓ ਹਾਂ ਜਾਂ ਨਾ। ਨਹੀਂ ਇਹਦੇ ਤੇ ਹੁਣ ਬਰਾੜ ਸਾਹਿਬ ਹੁਣ ਚੁੱਪ ਨਾ ਹੁਣ, ਜਾਂ ਤੇ ਹਾਂ ਕਹੋ ਜਾਂ ਨਾ ਕਹੋ, ਮੈਨੂੰ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਤੁਸੀਂ ਜਵਾਬ ਦਿਓ ਜੀ, ਮਾਫੀ ਤਾਂ ਤੁਸੀਂ ਦੱਸੋ ਕਿ ਰਿਟਨ ਦੇ ਵਿੱਚ ਉਹਦੇ ਚ ਕੋਈ ਸਾਡੇ ਕਹਿਣ ਦੀ ਲੋੜ ਨਹੀਂ। ਉਹਦੇ ਚ ਕਿਉਂ ਨਹੀਂ ਤੁਹਾਡੇ ਕਹਿਣ ਦੀ ਲੋੜ? ਤੁਸੀਂ ਮੈਨੂੰ ਕੁਐਸਚਨ ਕੀਤਾ, ਮੈਂ ਤੁਹਾਨੂੰ ਪੁੱਛਿਆ ਕਿ ਉਹਨੇ ਮਾਫੀ ਮੰਗੀ ਕਿ ਨਹੀਂ ਮੰਗੀ। ਬਿਲਕੁਲ ਮੰਗੀ, ਰਿਟਨ ਚ ਮੰਗੀ। ਤੇ ਰਿਟਨ ਚ ਮੰਗਿਆ ਤੇ ਫਿਰ ਉਹਨੂੰ ਉਹ ਮਿਲੇ ਕਿ ਅਸੀਂ ਮਿਲੇ ਆ? ਉਹ ਆਂਦੇ ਸੀ ਵੀ ਮੈਂ ਕਿਉਂਕਿ ਮੇਰੇ ਕੰਮ ਪ੍ਰਭਾਵਿਤ ਹੁੰਦੇ ਆ ਤਰੀਕਾ। ਤੇ ਇਹਦਾ ਮਤਲਬ ਸਾਡੇ ਕੰਮ ਪ੍ਰਭਾਵਿਤ ਨਹੀਂ ਹੁੰਦੇ? ਤੁਸੀਂ ਰੋਜ਼ ਸਾਡੀ ਇੰਟਰਵਿਊ ਲੈਣ ਆਉਂਦੇ ਹੋ ਤੇ ਸਾਡੇ ਕੰਮ ਪ੍ਰਭਾਵਿਤ ਨਹੀਂ ਹੁੰਦੇ? ਇਹਦਾ ਮਤਲਬ ਕਿ ਨਸ਼ੇ ਵੇਚਣ ਵਾਲੇ ਦੇ ਕੋਲ ਮਾਫੀ ਮੰਗੀ ਜਾਏ, ਮੇਰੇ ਕੰਮ ਪ੍ਰਭਾਵਿਤ ਹੋ ਰਹੇ ਨੇ, ਤੇ ਜੇ ਅਸੀਂ ਐਕਸ਼ਨ ਕਹਿੰਦੇ ਆ ਤੇ ਕਹਿੰਦੇ ਜੀ ਰਲੇ ਹੋਏ ਨੇ। ਇਹ ਕਰਕੇ ਇਹਨਾਂ ਦੇ ਜਿਹੜੀ ਏਜੰਡਾ ਕੋਈ ਹੋਰ ਹੀ ਆ, ਇਹਦੇ ਏਜੰਡੇ ਬਾਰੇ ਪੰਜਾਬੀਆਂ ਨੂੰ ਵੀ ਨਹੀਂ ਪਤਾ ਲੱਗਣਾ। ਇੱਕ ਨਵਜੋਤ ਸਿੰਘ ਸਿੱਧੂ, ਚਲੋ ਬਾਕੀ ਵਿਰੋਧੀਆਂ ਨੇ ਤਾਂ ਬੋਲਣਾ ਹੀ ਬੋਲਣਾ, ਨਵਜੋਤ ਸਿੰਘ ਸਿੱਧੂ ਵੀ ਸਿੱਧੇ ਤੌਰ ਤੇ ਤੁਹਾਡੀ ਸਰਕਾਰ ਜਾਂ ਤੁਹਾਡੇ ਤੇ ਵੀ ਸਵਾਲ ਚੁੱਕੀ ਜਾਂਦੇ ਆ। ਉਹਦੇ ਪਰਚਾ ਤਾਂ ਕਿਸੇ ਵੀ ਚੀਜ਼ 'ਚ ਹੋ ਜਾਂਦਾ, ਉਹਦਾ ਇੰਸਪੈਕਟਰ ਫੜ ਕੇ ਅੰਦਰ ਦੇ ਦਿੰਦਾ ਜੇ ਦੇਣਾ ਹੋਵੇ, ਤਾਂ ਉਹਨਾਂ ਦੇ ਵੀ ਸਿੱਟ ਕਾਹਦੇ ਵਾਸਤੇ ਬਣਾਈ ਆ, ਉਹ ਵੱਡਾ ਸਵਾਲ ਚੁੱਕੀ ਜਾਂਦੇ ਆ। ਵੇਖੋ ਜੀ, ਮੈਂ ਸਿੱਧੂ ਸਾਹਿਬ ਜਿਹੜੇ ਨੇ ਬਹੁਤ ਵੱਡੇ ਬੰਦੇ ਨੇ ਔਰ ਉਹ ਕੁਝ ਵੀ ਕਰ ਸਕਦੇ ਨੇ, ਉਹਨਾਂ ਬਾਰੇ ਮੈਂ ਬਹੁਤੇ ਕਮੈਂਟ ਨਹੀਂ ਕਰਨਾ ਚਾਹੁੰਦਾ। ਔਰ ਉਹ ਮੈਂ ਕਹਿੰਦਾ ਉਹਨਾਂ ਤੇ ਇੰਸਪੈਕਟਰ ਦਾ ਬਹੁਤ ਗਿਆ, ਤੇ ਉਹ ਤੇ ਮੇਰੇ ਖਿਆਲ ਕਾਂਸਟੇਬਲ ਵੀ ਜੇ ਉਹਨਾਂ ਦੇ ਕਹਿਣ ਤੇ ਉਹ ਵੀ ਅਰੈਸਟ ਕਰ ਸਕਦਾ। ਇਹਨੂੰ ਜਿਹੜੀਆਂ ਇਹ ਚੀਜ਼ਾਂ ਨੇ, ਇਹਨਾਂ ਚੀਜ਼ਾਂ ਨੂੰ ਕੋਰਟਾਂ ਦੇ ਵਿੱਚ ਕੇਸ ਲੱਗਿਆ, ਸਾਨੂੰ ਆਪਣੀ ਜ਼ੁਬਾਨ ਬੰਦ ਕਰਕੇ ਇਹੋ ਜਿਹਾ ਕਿਤੇ ਦੇਣਾ ਚਾਹੀਦਾ ਪ੍ਰਭਾਵ ਕਿ ਅਸੀਂ ਇਹਨੂੰ ਵੈਂਡੇਟਾ ਕਰ ਰਹੇ ਹਾਂ। ਕੋਈ ਸਾਡਾ ਵੈਂਡੇਟਾ ਨਹੀਂ, ਜੋ ਕਾਨੂੰਨ ਕਰ ਰਿਹਾ ਸੀ ਉਹਦੇ ਮੁਤਾਬਕ ਚੱਲ ਰਹੇ ਹਾਂ। ਸਿੱਧੂ ਸਾਹਿਬ ਦੇ ਬਿਆਨਾਂ ਨੂੰ ਆਧਾਰ ਬਣਾ ਰਹੇ ਨੇ ਉਹ। ਸਿੱਧੂ ਸਾਹਿਬ, ਮੈਂ ਇਹੀ ਕਹਿ ਰਿਹਾ ਕਿ ਉਹਨਾਂ ਦੇ ਜਿਹੜੇ ਬਿਆਨ ਨੇ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਕਿ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਲੈਣ ਦੇਈਏ। ਕੋਰਟ ਵਿੱਚ ਕੇਸ ਲੱਗਾ, ਕੋਈ ਇਹੋ ਜਿਹੀ ਗੱਲ ਨਾ ਕਰੀਏ ਕਿ ਜਿਹੜਾ ਇਹ ਕੀਤਾ ਜਾਏ ਕਿ ਮੈਂ ਇਹ ਕਰ ਰਿਹਾ। ਮੈਂ ਕਹਿੰਦਾ ਕਿ ਕਰ ਰਹੇ ਨੇ, ਬਿਲਕੁਲ ਕਰ ਰਹੇ ਨੇ, ਪਰ ਜੋ ਕਾਨੂੰਨ ਕਰੇਗਾ ਉਹ ਕਰਾਂਗੇ। ਨਵਜੋਤ ਸਿੰਘ ਸਿੱਧੂ ਦੇ ਐਸੇ ਬਿਆਨ, ਇੱਕ ਤੋਂ ਬਾਅਦ ਇੱਕ ਬਿਆਨ ਆਉਂਦੇ ਰੰਧਾਵਾ ਸਾਹਿਬ, ਚੱਕਰ ਕੀ ਹੈ? ਤੁਸੀਂ ਚਲੋ ਵਿਰੋਧੀਆਂ ਤਾਂ ਬੋਲਣਾ ਹੀ ਹੈ, ਨਵਜੋਤ ਸਿੰਘ ਸਿੱਧੂ ਕੀ ਗੱਲ ਤੁਹਾਡੇ ਨਾਲ ਸੈਟਿੰਗ ਬੈਠ ਨਹੀਂ ਪਾ ਰਹੀ? ਕਦੇ ਫੋਨ ਤੇ ਗੱਲ ਹੋਈ ਉਹਨਾਂ ਨਾਲ, ਕੋਈ ਗੱਲਬਾਤ ਹੋਈ? ਮੇਰੇ ਨਾਲ ਤੇ ਕਦੀ ਹੋਈ ਨਹੀਂ, ਪਤਾ ਨਹੀਂ। ਵੇਖੋ, ਜਿਸ ਵੇਲੇ ਕੈਪਟਨ ਸਾਹਿਬ ਦੇ ਗਏ ਆ, ਇਹਨਾਂ ਦੇ ਘਰ ਮੈਂ ਵੀ ਗਿਆ, ਪੰਚਕੂਲੇ ਮਿਲੇ ਆ, ਅਸੀਂ ਸਭ ਕੁਝ ਕੀਤਾ, ਪਰ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਆ। ਕਮੀ ਕਿੱਥੇ ਰਹਿ ਗਈ? ਕਿਉਂ ਨਾਰਾਜ਼ਗੀ ਦੂਰ ਨਹੀਂ ਹੋ ਰਹੀ? ਅਜੇ ਕਦੋਂ ਹੋਣੀ ਹੈ? ਦਿਨ ਤਾਂ ਥੋੜੇ ਜਿਹੇ ਰਹਿ ਗਏ। ਕਈਆਂ ਤੇ ਐਂਬੀਸ਼ਨਸ ਕਈਆਂ ਦੀ ਜ਼ਿਆਦਾ ਹੁੰਦੀ ਹੈ। ਵੇਖੋ, ਬੰਦਾ ਐਂਬੀਸ਼ੀਅਸ ਹੁੰਦਾ, ਮੈਂ ਵੀ ਹੋਵਾਂਗਾ, ਪਰ ਓਵਰ ਐਂਬੀਸ਼ੀਅਸ ਨਹੀਂ ਚਾਹੀਦਾ। ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ। ਜਿਹੜਾ ਕਹਿਣਾ ਕਿ ਮੈਂ ਜੇ ਕਰ ਦਾਂਗਾ, ਹਮੇਸ਼ਾ ਕਹਿਣਾ ਚਾਹੀਦਾ ਕਿ ਮੇਰੀ ਪਾਰਟੀ ਆ ਕਰੇਗੀ। ਉਹ ਕੱਲ ਭਾਰਤ ਭੂਸ਼ਣ ਆਸ਼ੂ ਬੋਲ ਰਹੇ ਸੀ, ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਵੀ ਮੇਰਾ ਵਿਜ਼ਨ ਇਹ ਆ, ਇਹ ਹੋਣਾ ਚਾਹੀਦਾ। ਆਸ਼ੂ ਕਹਿੰਦੇ ਕਿ ਪਾਰਟੀ ਦਾ ਵਿਜ਼ਨ ਹੈ, ਕਿਸੇ ਨਿੱਜੀ ਬੰਦੇ ਦਾ ਨਹੀਂ। ਬਿਲਕੁਲ, ਸਾਡੀ ਜਿਹੜੀ ਪਾਰਟੀ ਹੈ ਇਹਦੇ 'ਚ ਪਾਰਟੀ ਦਾ ਵਿਜ਼ਨ ਹੈ, ਕਾਂਗਰਸ ਦਾ ਵਿਜ਼ਨ ਹੈ। ਔਰ ਜਿਹੜੇ ਕੈਂਡੀਡੇਟ ਨੇ, ਜੇ ਅਸੀਂ ਆਪ ਹੀ ਅਨਾਉਂਸ ਕਰਨਾ, ਹੁਣ ਸੁਖਜਿੰਦਰ ਸਿੰਘ ਰੰਧਾਵਾ ਜਾ ਕੇ ਗੁਰਦਾਸਪੁਰ ਕਿਸੇ ਨੂੰ ਘਰ ਆਉਂਦਾ, ਤੇ ਫਿਰ ਹਾਈ ਕਮਾਂਡ ਜਾਂ ਅੱਜ ਜਿਹੜੀ ਸਕਰੀਨਿੰਗ ਕਮੇਟੀ ਦੇ, ਫਿਰ ਇਹਨਾਂ ਕਮੇਟੀਆਂ ਦਾ ਫਾਇਦਾ ਹੀ ਕੋਈ ਨਹੀਂ। ਫਿਰ ਤੇ ਜਿਹਨੂੰ ਮਰਜ਼ੀ ਸੂਬੇਦਾਰ ਅਪਾਇੰਟ ਕਰਕੇ ਆ ਜਾਓ। ਨਵਜੋਤ ਸਿੰਘ ਸਿੱਧੂ ਤਾਂ ਲਗਾਤਾਰ ਦੇਖੋ, ਸਤਵਿੰਦਰ ਬਿੱਟੀ ਨੂੰ ਵੀ ਥਾਪੀ ਦੇ ਆਏ, ਉਧਰ ਨਵਤੇਜ ਚੀਮਾ ਨੂੰ ਦੇ ਆਏ, ਦੋਵਾਂ ਨੂੰ ਹੋਰ ਦਿੱਤੀ ਸੀ, ਬਲਵਿੰਦਰ ਲਾਡੀ ਤੇ ਫਤਿਹ ਬਾਜਵਾ ਛੱਡ ਕੇ ਚਲੇ ਗਏ। ਇਸ ਕਰਕੇ ਕਾਂਗਰਸ ਦੇ ਵਿੱਚ ਹਮੇਸ਼ਾ ਹੀ ਜਿਹੜੀ ਸਕਰੀਨਿੰਗ ਕਮੇਟੀ ਪਹਿਲਾਂ ਆਪਣੇ ਨਾਂ ਡਿਸਾਈਡ ਕਰਦੀ ਆ ਔਰ ਪੈਨਲ ਬਣਾ ਕੇ ਕਾਂਗਰਸ ਹਾਈ ਕਮਾਂਡ ਨੂੰ ਭੇਜਦੇ ਆ। ਫਿਰ ਕਾਂਗਰਸ ਹਾਈ ਕਮਾਂਡ ਉਸ ਪੈਨਲ ਦੇ ਵਿੱਚੋਂ ਬੰਦਾ ਯੂਜ਼ ਕਰਕੇ ਉਹਨੂੰ ਟਿਕਟ ਦਿੱਤੀ ਜਾਂਦੀ ਹੈ। ਅੱਜ ਤੱਕ ਸਾਡੀ ਹਿਸਟਰੀ 'ਚ ਕਿਸੇ ਵੀ ਪਾਰਟੀ 'ਚ ਲੈ ਲਓ, ਸਟੇਜ ਤੇ ਖਲੋ ਕੇ ਕੈਂਡੀਡੇਟ ਅਨਾਉਂਸ ਨਹੀਂ ਕੀਤੇ ਜਾਂਦੇ, ਸਿਰਫ ਅਕਾਲੀ ਦਲ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਨੂੰ। ਉਹ ਜਿਹਨੂੰ ਮਰਜ਼ੀ ਅਨਾਉਂਸ ਕਰਦੇ, ਉਹ ਵੀ ਵੈਸੇ ਬਾਅਦ 'ਚ ਹੀ ਲਿਸਟ ਭੇਜਦੇ ਨੇ, ਤੇ ਅਸੀਂ ਆਹ ਬੰਦਾ ਜਿਹੜਾ ਅਪਾਇੰਟ ਕੀਤਾ। ਇਸ ਕਰਕੇ ਕਾਂਗਰਸ ਦਾ ਕਲਚਰ ਜਿਹੜਾ, ਇਹਨੂੰ ਸਮਝਣਾ ਪਏਗਾ। ਔਰ ਜਿਹੜੀ ਇੰਨੇ 100 ਸਾਲ ਪੁਰਾਣੀ ਪਾਰਟੀ ਆ, ਅੱਜ ਤੱਕ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਨਹੀਂ ਵੇਖਿਆ। ਮੇਰੇ ਪਿਤਾ ਜੀ ਆਪ ਪ੍ਰੈਜ਼ੀਡੈਂਟ ਸੀ, ਜਿਸ ਦਿਨ ਮੇਰੀ ਟਿਕਟ ਹੋਈ ਆ
ਮੇਰੀ ਵੀ CWC ਨੇ ਕੀਤੀ ਹੈ, ਨਾ ਕਿ ਮੇਰੇ ਫਾਦਰ ਨੇ ਕਰਦਾ ਕਿ ਮੇਰਾ ਮੁੰਡਾ ਜਿਹੜਾ ਕੈਂਡੀਡੇਟ ਹੈ ਤੇ ਇਹ ਇਲੈਕਸ਼ਨ ਲੜੇਗਾ। ਉਹਨਾਂ ਨੇ ਵੀ ਇੱਕ ਵਾਰੀ ਨਹੀਂ ਕਿਹਾ, ਔਰ ਮੇਰੀ ਜਿਹੜੀ ਟਿਕਟ ਆ ਲਾਸਟ ਡੇ ਤੇ ਜਿਹੜੀ ਜਾ ਕੇ ਜੇ ਦਿਨ CWC ਦੀ ਮੀਟਿੰਗ ਹੈ, ਮੈਂ ਚੰਡੀਗੜ੍ਹ ਸੀਗਾ, ਮੈਨੂੰ ਵੀ ਨਹੀਂ ਸੀ ਪਤਾ ਕਿ ਮੈਂ ਇਲੈਕਸ਼ਨ ਲੜਨੀ ਹੈ, ਤੇ ਮੈਂ ਚੰਡੀਗੜ੍ਹ ਤੋਂ ਜਾ ਕੇ ਪੇਪਰ ਭਰੇ ਸੀ। ਤੁਹਾਨੂੰ ਕੀ ਲੱਗਦਾ ਜੋਸਫ ਸਿੱਧੂ, ਜਿਸ ਤਰ੍ਹਾਂ ਤੁਸੀਂ ਕਿਹਾ ਕਈ ਬੰਦੇ ਥੋੜੇ ਜਿਹੇ ਜ਼ਿਆਦਾ ਐਂਬੀਸ਼ੀਅਸ ਹੁੰਦੇ ਆ, ਤਾਂ ਕੀ ਲੱਗਦਾ ਜੋਸਫ ਸਿੱਧੂ ਜਲਦੀ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ? ਦੇਖੋ ਕਿ ਐਡੀ ਛੇਤੀ ਪੈਰ ਥੱਲੇ ਬਟੇਰਾ ਨਹੀਂ ਆਉਂਦਾ, ਬਣਨਾ ਚਾਹੁੰਦੇ ਨੇ? ਨਹੀਂ ਦੇਖੋ, ਕਾਂਗਰਸ ਪਾਰਟੀ ਨੇ ਬਹੁਤ ਵੱਡਾ ਉਹਨਾਂ ਨੂੰ ਰੁਤਬਾ ਨਹੀਂ, ਫਿਰ ਵੀ ਤੁਹਾਨੂੰ ਕੀ ਲੱਗਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ? ਇੱਕ ਚੀਜ਼ ਦੱਸਾਂ, ਤੁਹਾਡੇ ਮੂੰਹ ਸੁਣਨਾ ਚਾਹਾਂਗਾ। ਮੈਂ ਇੱਕ ਚੀਜ਼ ਦੱਸਣਾ, ਕਦੇ ਕਿਹਾ ਉਹਨਾਂ ਨੇ ਚੀਫ ਮਿਨਿਸਟਰ ਦੇ ਨਾਲੋਂ ਪਾਰਟੀ ਦਾ ਪ੍ਰੈਜ਼ੀਡੈਂਟ ਬਣਨਾ ਕਿਤੇ ਉੱਪਰ ਹੈ। ਕਾਂਗਰਸ ਦਾ ਪ੍ਰੈਜ਼ੀਡੈਂਟ ਬਣਨਾ ਬੜੇ ਮਾਣ ਵਾਲੀ ਗੱਲ ਆ। ਉਹਦਾ ਤੇ ਮੈਨੂੰ ਬਲਾਕ ਪ੍ਰਧਾਨ ਲਾਉਣ ਦੀ ਜਿਹੜੀ ਆ ਪਾਵਰ ਆ, ਉਹ ਵੀ ਲਾਉਣ ਨਹੀਂ ਦੇ ਵਿੱਚ ਡਿੱਕਾ ਡੋਦੇ ਆ। ਉਹਨੇ ਮੇਰੇ ਕੋਲ ਹੁੰਦੀ ਸ਼ਕਤੀ, ਤੇ ਮੈਂ ਪੰਜਾਬ ਬਦਲ ਦਿੰਦਾ, ਮੈਂ ਸਾਰੇ ਕੰਮ ਕਰਕੇ ਦਿਖਾ ਦਿੰਦਾ। ਸ਼ਕਤੀ ਲੈਣੀ ਚਾਹੀਦੀ। ਤੁਸੀਂ ਫਿਰ ਕਰਦੇ ਨਹੀਂ ਕੰਮ ਇਹਦਾ ਮਤਲਬ? ਤੁਸੀਂ ਜਾਂ ਤੁਹਾਡੇ ਮੁੱਖ ਮੰਤਰੀ? ਮੈਂ ਤੇ ਹੱਥ ਜੋੜ ਕੇ ਜਦੋਂ ਮਰਜ਼ੀ ਹੋਮ ਮਿਨਿਸਟਰੀ ਲੈ ਲੈਣ, ਮੇਰੇ ਵੱਲੋਂ ਕਦੀ ਕੋਈ ਇਹੋ ਜਿਹੀ ਨਹੀਂ ਚੀਜ਼ ਹੋਏਗੀ। ਨਹੀਂ, ਪਰ ਉਹਨਾਂ ਨੇ ਕਿਹਾ ਕਿ ਜੇ ਮੈਂ ਹੋਮ ਮਿਨਿਸਟਰ ਹੁੰਦਾ ਤਾਂ ਮੈਂ ਕਿਹਾ ਜੀ ਮੈਂ ਛੱਡਣ ਨੂੰ ਤਿਆਰ ਹਾਂ, ਜਾ ਕੇ ਜਿਸ ਦਿਨ ਹਾਈ ਕਮਾਂਡ ਕਹੇਗੀ ਮੈਂ ਤੇ ਇਹਨਾਂ ਦੇ ਪੈਰਾਂ 'ਚ ਰੱਖ ਕੇ ਆਵਾਂਗੇ ਕਿ ਆ ਲਓ ਜਨਾਬ, ਸਹੁੰ ਚੱਕੋ ਤੇ ਬਣੋ। ਪਰ ਕਿਉਂ ਆਖਿਰ ਕੀ ਗੱਲਬਾਤ ਕੋਈ? ਛੱਡੋ, ਆਪਾਂ ਕੋਈ ਹੋਰ ਪੰਜਾਬ ਦੀ ਗੱਲ ਕਰੀਏ ਹੁਣ। ਜੋਸਫ ਸਿੱਧੂ ਦੇ ਨੇ ਕੀ ਗੱਲ ਨਾ ਤੇ ਗੱਲ ਕਰਨ ਨੂੰ ਵੀ ਦਿਲ ਨਹੀਂ ਕਰਦਾ। ਮੈਂ ਤਾਂ ਕਹਿਤਾ ਕਿ ਜੇ ਉਹ ਕਹਿੰਦੇ ਨੇ ਹੋਮ ਮਿਨਿਸਟਰ, ਮੈਂ ਤੇ ਉਹਨਾਂ ਦੇ ਪੈਰਾਂ 'ਚ ਚਰਨਾਂ 'ਚ ਰੱਖ ਕੇ ਆਵਾਂਗੇ ਕਿ ਆ ਲਓ ਜਨਾਬ, ਪੰਜਾਬ ਦੀ ਬਿਹਤਰੀ ਲਈ ਮੈਂ, ਉਹ ਜੇ ਕਹਿਣਗੇ ਕਿ ਪੋਲਿਟਿਕਸ ਨਹੀਂ, ਮੈਂ ਪੋਲਿਟਿਕਸ ਵੀ ਛੱਡ ਦੂੰਗਾ, ਪੰਜਾਬ ਬਾਜੇ। ਸਿੱਧੂ ਸਾਹਿਬ ਕਹਿਣ ਦਾ? ਹਾਂ। ਅੱਛਾ, ਇੱਕ ਚੀਜ਼ ਹੋਰ, ਕੈਂਡੀਡੇਟ ਮੁੱਖ ਮੰਤਰੀ ਦਾ ਉਹਨੂੰ ਲੈ ਕੇ ਉਹ ਕਹਿੰਦੇ ਵੀ ਚਿਹਰਾ ਐਲਾਨ ਛੇਤੀ ਹੋਣਾ ਚਾਹੀਦਾ। ਔਰ ਜਿਵੇਂ ਇੱਕ ਬੰਦੇ ਦੀ ਨਾ ਗੱਲ ਮੈਂ ਕੱਲ ਵੀ ਸੁਣਾ ਰਿਹਾ ਸੀ, ਦੁਬਾਰਾ ਫਿਰ ਸੁਣਾ ਦਿੰਦਾ। ਉਹ ਆਂਦੇ ਵੀ ਮੈਂ ਆਮ ਆਦਮੀ ਪਾਰਟੀ ਦਾ ਸਵਾਲ ਚੁੱਕਦਾ ਹੁੰਦਾ ਸੀ ਵੀ ਤੁਹਾਡੀ ਬਰਾਤ ਤੁਤਰੂ ਕਰਦੀ ਜਾਂਦੀ ਹੈ ਤੇ ਤੁਹਾਡਾ ਲਾੜਾ ਕਿੱਥੇ ਹੈ? ਤੇ ਉਹ ਆਂਦੇ ਵੀ ਹੁਣ ਸਾਨੂੰ ਵੀ ਇਹੀ ਸਵਾਲ ਕਰਨਗੇ। ਗੱਲ ਸੁਣੋ, ਲਾੜਾ ਕੀ ਗੱਲ, ਜਿਹੜਾ ਚੀਫ ਮਿਨਿਸਟਰ ਜੇ ਬਿਨਾਂ ਲਾੜੇ ਤੋਂ ਹੀ ਕੈਬਨਿਟ ਤੁਰੀ ਫਿਰਦੀ ਹੈ, ਬਿਨਾਂ ਪ੍ਰਧਾਨ ਤੋਂ ਕਾਂਗਰਸ ਤੁਰੀ ਫਿਰਦੀ ਹੈ। ਦੋ ਬੰਦੇ ਸਾਡੇ ਕੋਲ ਨੇ, ਸਾਡੇ ਕੋਲ ਕੰਪੇਨ ਕਮੇਟੀ ਦਾ ਵੀ ਚੇਅਰਮੈਨ ਹੈ, ਸਾਡੇ ਕੋਲ ਕੋਆਰਡੀਨੇਸ਼ਨ ਕਮੇਟੀ ਦਾ ਵੀ ਚੇਅਰਮੈਨ ਹੈ, ਸਾਡੇ ਕੋਲ ਉਹ ਵੀ ਆ ਮੈਨੀਫੈਸਟੋ ਕਮੇਟੀ ਦਾ ਵੀ ਚੇਅਰਮੈਨ ਹੈ। ਤੇ ਇਹਦਾ ਮਤਲਬ ਬਿਨਾਂ ਇਹ ਲਾੜੇ ਹੀ ਨਹੀਂਗੇ। PCC ਪ੍ਰੈਜ਼ੀਡੈਂਟ ਲਾੜਾ ਨਹੀਂ, ਚੀਫ ਮਿਨਿਸਟਰ ਲਾੜਾ ਨਹੀਂ, ਚਲੋ ਅਸੀਂ ਸਰਬਾਲੇ ਹੀ ਸਹੀ ਤੇ ਜਿਹੜੇ ਡਿਪਟੀ CM ਤੇ ਮੰਤਰੀ ਨਾਲ ਤੁਰੇ ਫਿਰਦੇ ਆ, ਇਹਦਾ ਮਤਲਬ ਬਿਨਾਂ ਹੀ ਲਾੜੇ ਤੇ ਸਰਬਾਲੇ ਤੋਂ ਪਾਰਟੀ ਤੁਰੀ ਫਿਰਦੀ ਹੈ। ਜਿਹੜੇ ਨਾਲ ਵਰਕਿੰਗ ਪ੍ਰੈਜ਼ੀਡੈਂਟ ਬਣੇ ਨੇ ਉਹ ਉਹਨਾਂ ਦਾ ਕੋਈ ਵਿੱਚ ਲੈਣ ਦੇਣ, ਉਹ ਵੀ ਸਰਬਾਲੇ। ਤਾਂ ਇਹ ਕਰਕੇ ਗਲਤ ਚੀਜ਼, ਮੈਂ ਨਹੀਂ ਇਹ ਚੀਜ਼ ਤੇ ਕਰਦਾ। ਨਹੀਂ, ਇਹਦਾ ਮਤਲਬ ਖੁਦ ਲਾੜਾ ਛੇਤੀ ਕਹਿੰਦੇ ਕਿ ਮੇਰੀ ਗੱਲ ਸੁਣੋ, ਮੈਂ ਤੈਨੂੰ 5 ਲਾੜੇ ਗਿਣਾ ਦਿੱਤੇ ਨੇ, ਲੋਕਾਂ ਨੂੰ ਇੱਕ ਨਹੀਂ ਮਿਲਦਾ। ਉਹ ਤਾਂ ਇੱਕ ਚਾਹੁੰਦੇ ਆ ਨਾ। ਹਾਂ, ਤੇ ਨਹੀਂ, ਇੱਕ ਚਾਹੁੰਦੇ ਆ। ਜਦੋਂ ਪਾਰਟੀ ਜਿੱਤੇ ਕੇ ਆਏਗੀ, MLA ਡਿਸਾਈਡ ਕਰਨਗੇ ਕਿ ਕਿਹੜਾ ਲਾੜਾ ਬਣਨਾ। ਤੇ ਜੇ ਉਦੋਂ ਸਿੱਧੂ ਸਾਹਿਬ ਗੁੱਸੇ ਹੋ ਗਏ, ਉਹ ਤੇ ਉਹਨਾਂ ਦੀ ਮਰਜ਼ੀ ਹੈ, ਉਹਦੇ ਬਾਰੇ ਨਹੀਂ ਮੈਂ ਕੁਝ ਵੀ ਕਹਿ ਸਕਦਾ। ਕੀ ਲੱਗਦਾ ਵੈਸੇ? ਬਿਲਕੁਲ ਨਹੀਂ, ਕਾਂਗਰਸ ਦੇ ਵਿੱਚ ਇਹੋ ਜਿਹੀ ਕੋਈ ਲੜਾਈ। ਮੰਨ ਜਾਣਗੇ ਸਿੱਧੂ ਸਾਹਿਬ? ਇਹ ਤੇ ਮੇਰੇ ਨਾਲ ਤੇ ਕੋਈ ਬਹੁਤਾ ਨਹੀਂ ਹੈਗਾ, ਇਹ ਤੇ ਕੋਈ ਹੋਰ ਹੀ ਦੱਸ ਸਕਦੇ, ਸਰਦਾਰ ਪ੍ਰਗਟ ਸਿੰਘ ਦੱਸ ਸਕਦੇ ਨੇ, ਤੇ ਜਾਂ ਹਰੀਸ਼ ਚੌਧਰੀ ਦੱਸ ਸਕਦੇ ਨੇ। ਗੱਲਬਾਤ ਹੁੰਦੀ ਹੈ? ਮੇਰੀ ਬਹੁਤ ਦੇਰ ਹੋ ਗਈ ਨਹੀਂ ਹੋਈ। ਮੈਂ ਕੋਈ ਝੂਠ ਨਹੀਂ ਬੋਲ ਸਕਦਾ, ਤੇ ਪਹਿਲਾਂ ਬਹੁਤ ਹੁੰਦੀ ਸੀ। ਪਤਾ ਨਹੀਂ ਜਦੋਂ ਦਾ ਮੈਂ ਹੋਮ ਮਿਨਿਸਟਰ ਬਣਿਆ ਥੋੜੇ ਜਿਹੇ ਨਾਰਾਜ਼ ਚੱਲ ਰਹੇ ਤੁਹਾਡੇ ਨਾਲ। ਤੇ ਪਰ ਉਹ ਨਾਰਾਜ਼ਗੀ ਤਾਂ ਤੁਹਾਡੇ ਉਦੋਂ ਮੁੱਖ ਮੰਤਰੀ ਵਾਲੀ ਕੁਰਸੀ ਦੀ ਸੀ, ਫਿਰ ਉਹ ਤਾਂ ਤੁਹਾਨੂੰ ਦਿੱਤੀ ਨਹੀਂ ਗਈ, ਨਾ ਉਹਨਾਂ ਨੂੰ ਮਿਲੀ, ਤੇ ਤੁਸੀਂ ਚਲੋ ਹੋਮ ਮਿਨਿਸਟਰ ਬਣ ਗਏ। ਕਿ ਹੋਮ ਮਿਨਿਸਟਰੀ ਤੇ ਵੀ ਕਿਤੇ ਨਾ ਕਿਤੇ ਸੀ ਨਾਰਾਜ਼ਗੀ? ਨਹੀਂ, ਕੋਈ ਗੱਲ, ਉਹਨਾਂ ਦਾ ਆਪਣਾ ਸਟਾਈਲ ਹੈ, ਮੇਰਾ ਆਪਣਾ ਸਟਾਈਲ ਹੈ। ਮੈਂ ਬੜਾ ਲੋ ਪ੍ਰੋਫਾਈਲ ਬੰਦਾ, ਮੈਂ ਤੇ ਗੁਰੂ ਦੇ ਭਾਣੇ 'ਚ ਰਹਿਣ ਵਾਲਾ। ਜੋ ਮਿਲ ਗਿਆ ਬਹੁਤ ਜ਼ਿਆਦਾ ਕੁਝ ਮਿਲ ਗਿਆ। ਦੱਸੋ ਕਿਵੇਂ ਦੇਖਦੇ ਆ ਹੁਣ ਅੱਜ ਪੋਜੀਸ਼ਨ ਕੀ ਹੈ, ਕਿੱਥੇ ਕਿ ਖੜੀ ਹੈ? ਕਿਉਂਕਿ ਉਧਰ ਦੇਖੋ ਕੈਪਟਨ ਸਾਹਿਬ ਵੀ ਪੂਰੇ ਮੈਦਾਨ 'ਚ, ਉਹਨਾਂ ਨੇ ਯਾਰ ਨਾਂ ਹੀ ਛੱਡ ਦੇ, ਕਾਹਨੂੰ ਲਈ ਜਾਂਦੇ ਹੋ? ਜਿਹੜਾ ਜਾ ਕੇ ਉਹ ਕਿਹੜਾ ਨਾਮ ਆ, ਕੀ ਨਾਮ ਆ? BJP ਨਾਲ ਜੁੜ ਗਏ। ਜਿਹੜੀ BJP ਨਾਲ ਜੁੜ ਕੇ ਪੈਰਾਂ 'ਚ ਡਿੱਗ ਪਏ ਨੇ, ਤਲਵੇ ਚੱਟ ਰਹੇ ਨੇ। ਕਿਹੜੀ ਆਪਾਂ ਗੱਲ ਕਰ ਰਹੇ ਹਾਂ? ਉਸ ਬੰਦੇ ਦੀ ਕਰ ਰਹੇ ਹਾਂ ਜਿਹਨੇ 4.5 ਸਾਲ ਦੀ ਲੜਾਈ ਲੜਦੇ ਰਹੇ ਆ, ਤੇ ਦਿੱਲੀ ਵੱਲ ਮੂੰਹ ਨਹੀਂ ਸੀ ਕੀਤਾ, ਤੇ ਹੁਣ ਜਾ ਕੇ ਉਹਨਾਂ ਦੇ ਪੈਰਾਂ 'ਚ ਜਾ ਕੇ ਬਹਿ ਗਏ ਨੇ। ਉਦੋਂ ਨਹੀਂ ਸੀ ਇਹਨਾਂ ਯਾਦ? ਨਹੀਂ, ਤੇ ਪਰ ਉਹ ਤਾਂ ਕਹਿੰਦੇ ਕਿ ਅਸੀਂ ਕਹਿੰਦੇ ਰਹੇ ਕਿ ਚੱਲ ਜਾ ਕੇ ਧਰਨਾ ਹੀ ਦੇ ਦਈਏ ਕਿਸਾਨਾਂ ਦੇ ਹੱਕ 'ਚ। ਨਾ, ਮੈਂ ਨਾ ਮੰਨ। ਉਹ ਤਾਂ ਕਹਿੰਦੇ ਟੀਚਾ ਕਾਂਗਰਸ ਨੂੰ ਹਰਾਉਣਾ। ਉਹ ਟੀਚਾ ਤੇ ਕਿਹੜੀ ਕੋਈ ਤੁਰੇ ਫਿਰਦੇ ਨੇ। ਪ੍ਰਧਾਨ ਮੰਤਰੀ ਮੋਦੀ ਆ ਰਹੇ ਨੇ ਜੀ 5 ਤਰੀਕ ਨੂੰ, ਰੰਧਾਵਾ ਸਾਹਿਬ ਵੱਡਾ ਐਲਾਨ ਕਰ ਸਕਦੇ ਨੇ। ਬਿਲਕੁਲ, ਪ੍ਰਧਾਨ ਮੰਤਰੀ ਜਦੋਂ ਆਉਂਦੇ, ਇੰਦਰਾ ਗਾਂਧੀ ਵੀ ਰਹੀ ਪ੍ਰਧਾਨ ਮੰਤਰੀ, ਜਦੋਂ 71 ਦੀ ਵਾਰ ਲੱਗੀ ਸੀ, ਤੇ ਪੂਰੇ ਹਿੰਦੁਸਤਾਨ ਦਾ ਬਾਰਡਰ ਇੰਦਰਾ ਗਾਂਧੀ ਵਸਾ ਕੇ ਗਈ। ਪ੍ਰਧਾਨ ਮੰਤਰੀ ਇੱਕ ਪਾਰਟੀ ਦੇ ਨਾਲ ਦੇਸ਼ ਦਾ ਪ੍ਰਧਾਨ ਹੁੰਦਾ। ਤੇ ਆਂਦੇ ਇੱਕ ਹੋਰ ਖਤਰਾ ਸਿਰ ਤੇ ਮੰਡਰਾ ਰਿਹਾ ਕਾਂਗਰਸੀਆਂ ਦੇ, ਜਿਹੜੇ ਪਹਿਲਾਂ MLA ਭੱਜੀ ਜਾਂਦੇ ਆ, ਸਾਬਕਾ ਮੰਤਰੀ ਭੱਜੀ ਜਾਂਦੇ ਆ, ਆਂਦੇ ਉੱਥੇ ਸਟੇਜ ਤੇ ਹੋਰ ਵੀ ਜਾ ਕੇ ਚੜ ਸਕਦੇ ਆ। ਦੇਖੋ ਗੱਲ ਸੁਣੋ, ਤੁਸੀਂ ਫਤਿਹ ਬਾਜਵੇ ਦੇ ਕਰਦੇ ਹੋ ਜਾਂ ਰਾਣਾ ਸੋਢੀ ਦਾ ਕਰਦੇ ਹੋ, ਉਹਨਾਂ ਦਾ ਕਿਰਦਾਰ ਪਤਾ ਹੀ ਆ। ਪਰ ਕੈਬਨਿਟ 'ਚ ਰਹੇ ਨੇ ਜੀ, ਕੈਬਨਿਟ 'ਚ ਰਹੇ ਨੇ, ਤੇ ਉਹਦੇ ਕੈਬਨਿਟ 'ਚ ਫਿਰ ਜਾਂਦਾ ਅਮਰਿੰਦਰ ਸਿੰਘ ਦੇ ਨਾਲ, ਜਿਹੜਾ ਰਾਣਾ ਸੋਢੀ ਆ, ਤੇ ਉਹ ਫਿਰ ਸਿੱਧਾ ਕਿਉਂ ਆਪ 'ਚ BJP ਚਲਾ ਗਿਆ।
ਤੇ ਇਹਦੇ ਤੋਂ ਤੁਸੀਂ ਕਹਿ ਰਹੇ ਹੋ ਕਿ ਜੀ ਬੜਾ ਵੱਡਾ ਲੀਡਰ ਆ, ਤੇ ਆ ਸਾਰੇ ਉਹਦੇ ਨਾਲ ਹੀ ਸੀਗੇ, ਤੇ ਉਹਦੇ ਨਾਲ ਤੇ ਗਏ ਨਹੀਂ ਤੇ ਚਲੇ ਗਏ ਸਿੱਧੇ ਬੀਜੇਪੀ 'ਚ। ਫਿਰ ਕੈਪਟਨ ਅਮਰਿੰਦਰ ਸਿੰਘ ਦਾ ਕੀ ਰਹਿ ਗਿਆ ਜੀ ਵਜੂਦ ਪੰਜਾਬ 'ਚ? ਜਿਹੜੇ ਉਹਦੀ ਮੁੱਛ ਦਾ ਵਾਲ ਸੀ ਰਾਣਾ ਸੋਢੀ, ਉਹੋ ਹੀ ਪੱਟ ਕੇ ਚਲਾ ਗਿਆ। ਜਿਹੜੇ ਬਾਕੀ ਸਾਥੀ ਆ, ਬਾਕੀਆਂ ਨੂੰ ਬਚਾ ਕੇ ਰੱਖ ਲਓਗੇ ਕਿ ਤੁਹਾਨੂੰ ਲੱਗਦਾ ਵੀ ਅਜੇ ਹੋਰ ਖਿਸਕ ਸਕਦੇ ਆ? ਖੰਡ ਦੀ ਬੋਰੀ 'ਚ ਮੋਰੀ ਹੋ ਗਈ, ਕਹਿੰਦੇ ਉਹ ਕਰਦੀ ਪਈ ਆ। ਮੈਂ ਤੁਹਾਨੂੰ ਆਦਤਾਂ ਗੱਲਾਂ ਕਰਨ ਦੀਆਂ, ਤੁਸੀਂ ਸਵਾਦ ਲੈਂਦੇ ਹੋ। ਤੁਹਾਨੂੰ ਪੱਤਰਕਾਰਾਂ ਨੂੰ ਥੋੜੀ ਜਿਹੀ ਕੰਟਰੋਲ 'ਚ ਰਹਿਣਾ ਚਾਹੀਦਾ। ਨਹੀਂ ਪਰ ਜੋ ਹੋ ਰਿਹਾ ਉਹੀ ਦੱਸ ਰਹੇ। ਤੁਸੀਂ ਇਹ ਮਜ਼ਾਕੀਆ ਤਰੀਕੇ 'ਚ ਕਰਦੇ ਹੋ, ਜਿਹੜੀ ਤੁਸੀਂ ਕਰਦੇ ਤੁਹਾਨੂੰ ਬੁਰਾ ਲੱਗ ਜਾਂਦਾ। ਨਹੀਂ ਤੁਸੀਂ ਆਪਣੇ ਆਪ ਨੂੰ ਕੰਟਰੋਲ 'ਚ ਰੱਖਿਆ ਕਰੋ। ਨਹੀਂ ਪਰ ਹੋ ਰਿਹਾ ਆਪਣੇ ਆਪ 'ਚ ਕੰਟਰੋਲ 'ਚ ਰੱਖਿਆ ਕਰੋ ਬਸ। ਇਹਦੇ ਤੋਂ ਵੱਧ ਮੈਂ ਨਹੀਂ ਕਹਿਣਾ ਕਿ ਤੁਸੀਂ ਆਪਣੀ TRP ਵਧਾਉਣ ਲਈ ਇਹੋ ਜਿਹੀਆਂ ਗੱਲਾਂ ਕਰਦੇ ਹੋ। ਕਿਰਪਾ ਕਰਕੇ ਥੋੜਾ ਜਿਹਾ ਕੰਟਰੋਲ 'ਚ ਰਿਹਾ ਕਰੋ। ਵਿਰੋਧ ਦਲ ਕਿਹਨੂੰ ਦੇਖਦੇ ਹੋ? ਨਾ ਇਹ ਨਹੀਂ। ਆਮ ਆਦਮੀ ਪਾਰਟੀ ਨੂੰ ਦੇਖਦੇ ਹੋ, ਅਕਾਲੀ ਦਲ ਨੂੰ ਦੇਖਦੇ ਹੋ? ਮੈਂ ਕਾਂਗਰਸ ਸਾਡੀ ਪਾਰਟੀ ਆ, ਸੀ ਜਿਹੜਾ ਮਰਜ਼ੀ ਆਏ ਤੁਹਾਡੇ ਸਾਹਮਣੇ ਆਵਾਂਗੇ। 2017 'ਚ ਤੁਸੀਂ ਸਾਰਿਆਂ ਰੌਲੀ ਪਾ ਦਿੱਤੀ ਕਿ ਆਮ ਆਦਮੀ ਪਾਰਟੀ ਹੈਗੀ, ਤੁਹਾਡੇ ਚੈਨਲਾਂ ਤੇ ਚੱਲਦੀ ਸੀ, ਤੁਸੀਂ ਸੀਟਾਂ ਵੀ ਦੇ ਦਿੱਤੀਆਂ ਸੀ, ਤੇ ਫਿਰ ਕਾਂਗਰਸ ਪਾਰਟੀ 80 ਸੀਟਾਂ ਲੈ ਕੇ ਗਈ, ਉੱਥੇ ਫਿਰ ਅਸੀਂ ਜਿੱਤ ਜਾਵਾਂਗੇ ਪੰਜਾਬ 'ਚ। ਕਿਸਾਨ ਆਗੂ ਚੋਣ ਮੈਦਾਨ 'ਚ ਨੇ ਜੀ। ਹੁਣ ਕਿਸਾਨਾਂ ਨੇ ਦੇਖੋ ਪਾਰਟੀ ਬਣਾ ਲਈ, ਸਾਫ਼ ਕਰਤਾ ਕਿਸਾਨਾਂ ਨੇ ਵੀ ਹੁਣ ਅਸੀਂ ਚੋਣਾਂ ਲੜਨੀਆਂ ਨੇ। ਕਿਵੇਂ ਦੇਖਦੇ ਹੋ ਉਹ ਕਿਸਾਨ ਆਗੂ ਜਿਨ੍ਹਾਂ ਨੇ ਇੱਕ ਵੱਡਾ ਅੰਦੋਲਨ ਜਿੱਤਿਆ, ਅੱਜ ਉਹ ਪੰਜਾਬ ਦੀ ਰਾਜਨੀਤੀ 'ਚ ਆ ਗਏ? ਹਾਲਾਂਕਿ ਵਿਰੋਧ ਵੀ ਹੋ ਰਿਹਾ, ਉਹਨਾਂ ਦੇ ਅੱਧੇ ਸਾਥੀ ਕਹਿੰਦੇ ਨੇ ਕਿ ਨਹੀਂ ਲੜਨਾ ਅਜੇ ਕਿਸਾਨੀ ਸੰਘਰਸ਼। ਦੇਖੋ ਉਹਨਾਂ ਨੂੰ, ਜੇ ਇਹਨਾਂ ਨੇ ਇਸੇ ਤਰ੍ਹਾਂ ਹੀ ਪਾਰਟੀਆਂ ਲੜਨੀਆਂ ਸੀ, ਉਹਨਾਂ ਨੂੰ ਸਟੇਜ ਤੋਂ ਹੀ ਕਹਿਣਾ ਚਾਹੀਦਾ ਕਿ ਸਾਡੀ ਨਾਨ ਪੋਲੀਟੀਕਲ ਪਾਰਟੀਆਂ ਸਟੇਜਾਂ ਤੇ ਕਹਿੰਦੇ ਰਹੇ ਨੇ, ਕੋਈ ਪੋਲੀਟੀਕਲ ਬੰਦਾ ਅਸੀਂ ਅੰਦਰ ਨਹੀਂ ਵੜਦੇ ਹਾਂ। ਤੇ ਅੱਜ ਜੋ ਕੀਤਾ ਬਦਕਿਸਮਤੀ ਆ ਕਿ ਇਹ ਪੋਲੀਟੀਕਲ ਪਾਰਟੀ ਬਣ ਕੇ ਜੇ ਕਰਨਾ ਤੇ ਉਸ ਦਿਨ ਪਹਿਲੇ ਦਿਨ ਨਾ ਕਰਦੇ। ਡਿਮਾਂਡਸ ਜਿਹੜੀਆਂ ਨੇ ਪੰਜਾਬ 'ਚ ਗੱਲਾਂ ਹੋਰ ਕਰਦੇ ਰਹੇ, ਜਦੋਂ ਇਲੈਕਸ਼ਨ ਆਈਆਂ ਤੇ ਉਦੋਂ ਇਹਨਾਂ ਨੂੰ ਮੰਗਾਂ ਵੀ ਭੁੱਲ ਗਏ। ਤੇ ਆਪਣੇ ਤੌਰ 'ਤੇ ਇਸ ਕਰਕੇ ਜਿਹੜੇ ਪੋਲੀਟੀਕਲ ਹੈ, ਮੈਨੂੰ ਅਫਸੋਸ ਆ ਰਾਜੇਵਾਲ ਸਾਹਿਬ ਤੇ ਵੀ ਕਿ ਜਿਹੜੀ ਅੱਜ ਉਹਨਾਂ ਨੇ ਕਿਹਾ ਕਿ ਅਸੀਂ ਸੀਟਾਂ ਦੀ ਭੰਨ ਤੋੜ ਵੀ ਕਰ ਲਾਂਗੇ। ਤੇ ਯਾਰ ਉਸ ਕੇਜਰੀਵਾਲ ਨੇ ਜਿਹਨੇ APMC ਇਹ ਬਰੂਹਾਂ ਤੇ ਬੈਠੀ ਦਿੱਲੀ ਦੇ ਵਿੱਚ, ਤੇ ਉਹਨੇ ਲਾਗੂ ਕੀਤੀ, ਉਹ ਨਹੀਂ ਅੱਜ ਤੱਕ ਵਾਪਸ ਲਈ। ਦਿੱਲੀ ਵਾਲਿਆਂ ਵਾਪਸ ਲੈ ਲਈ, ਉਹਦਾ ਤਾਂ ਪਹਿਲਾਂ ਕੇਜਰੀਵਾਲ ਜਵਾਬ ਦੇ ਦੇ। ਪਰ ਤੁਹਾਨੂੰ ਲੱਗਦਾ ਕਿ ਜੇ ਆਮ ਆਦਮੀ ਪਾਰਟੀ ਤੇ ਕਿਸਾਨ ਆਗੂ ਇਕੱਠੇ ਹੋ ਗਏ ਤੇ ਕਿਤੇ ਨਾ ਕਿਤੇ ਵੱਡੀ ਚੁਣੌਤੀ ਉਹਦੇ 'ਚ ਕੀ ਹੋਏਗਾ? ਜਿੱਥੇ ਸਾਡਾ ਵੋਟ ਬੈਂਕ ਆ, ਪੰਜਾਬ ਦੇ ਲੋਕ ਬੜੇ ਸਿਆਣੇ ਨੇ, ਔਰ ਉਹਦੇ 'ਚ ਇਕੱਲੇ ਕਿਸਾਨ ਆਗੂ ਨਹੀਂ ਗਏ, ਉਹਦੇ 'ਚ ਅਸੀਂ ਸਾਡੇ ਵਰਕਰ ਵੀ ਗਏ ਨੇ। ਮੇਰੇ ਦੋਨੋਂ ਚੇਅਰਮੈਨ 3 ਮਹੀਨੇ ਰਹਿ ਕੇ ਆਏ ਨੇ ਉੱਥੇ, ਜਿਹੜੇ ਮੇਰਾ ਬਲਾਕ ਸਮਿਤੀ ਦੇ ਚੇਅਰਮੈਨ ਤੇ ਦੋਵੇਂ ਮਾਰਕੀਟ ਕਮੇਟੀਆਂ ਦੇ, ਡੇਰਾ ਬਾਬਾ ਨਾਨਕ ਔਰ ਕਲਾਨੌਰ ਦੇ ਦੋਵੇਂ ਚੇਅਰਮੈਨ 3 ਮਹੀਨੇ ਉੱਥੇ ਲਗਾਤਾਰ ਰਹਿ ਕੇ ਆਏ ਨੇ। ਤੇ ਕੀ ਗੱਲ ਉਹ ਕਿਸਾਨ ਨਹੀਂ? ਮੈਂ ਕਿਸਾਨ ਨਹੀਂ? ਮੇਰੇ ਪਿੰਡ ਦੇ ਆਪਣਾ ਸਰਪੰਚ ਉਹ ਜਾ ਕੇ 1 ਮਹੀਨਾ ਪੂਰਾ ਰਹਿ ਕੇ ਆਇਆ, ਤੇ ਉਹ ਕਿਸਾਨ ਨਹੀਂ ਸੀਗਾ? ਤਾਂ ਕੀ ਲੱਗਦਾ ਬਲਵੀਰ ਸਿੰਘ ਰਾਜੇਵਾਲ, ਕਿਉਂਕਿ ਦੇਖੋ ਟੀਚਾ ਹੋਰ ਹੋ ਗਿਆ, ਅੱਗੇ ਟੀਚਾ ਹੋਰ ਹੋ ਗਿਆ, ਅੰਬੀਸ਼ਨ ਜਿਹੜੀ ਹੋਣੀ ਕਿਸੇ ਦੀ, ਮੇਰਾ ਖਿਆਲ ਕਿ ਪਹਿਲਾਂ ਪ੍ਰਵੋਕ ਕਰਕੇ ਇੰਨਾ ਕੁਝ ਬੋਲ ਕੇ ਆਪਾਂ ਨੂੰ ਕਿਸਾਨੀ ਜਿਹੜੀ ਅੰਦੋਲਨ ਨੂੰ ਕਿਸਾਨੀ ਅੰਦੋਲਨ ਹੀ ਰਹਿਣ ਦੇਣਾ ਚਾਹੀਦਾ ਸੀ। ਜਿਹੜੀ ਏਡੀ ਵੱਡੀ ਖੁਦ ਪਹਿਲਾਂ ਚੰਡੂਨੀ ਦਾ ਵਿਰੋਧ ਕਰਦੇ ਰਹੇ। ਚੰਡੂਨੀ ਦਾ ਸਭ ਤੋਂ ਪਹਿਲਾਂ ਵਿਰੋਧ ਕੀਤਾ, ਫਿਰ ਚੰਡੂਨੀ ਗਲਤ ਸੀ। ਤੁਸੀਂ ਮੈਨੂੰ ਜੋ ਪੁੱਛ ਰਹੇ ਹੋ, ਤੁਸੀਂ ਉਹਦੇ ਤੇ ਬੋਲ ਪਵੋ। ਚੰਡੂਨੀ ਦਾ ਕਿਉਂ ਵਿਰੋਧ ਕੀਤਾ? ਕਿਉਂ ਕਰਦੇ ਰਹੇ ਵਿਰੋਧ? ਕਿਉਂ ਇਹ ਜਿਹੜੇ ਹੈਗੇ ਨੇ ਲੱਖੋਵਾਲ ਹੋਣੀ ਉਹਦੇ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਰਹੇ ਨੇ ਕਿ ਨਹੀਂ ਰਹੇ? ਕੋਈ ਪੋਲੀਟੀਕਲ ਪਾਰਟੀ ਨਾਲ ਰਹੇ ਨੇ, ਇਸ ਕਰਕੇ ਨਹੀਂ। ਹੁਣ ਆ ਵੇਖੋ ਨਾ, SGPC ਆ ਇੱਕ ਪਾਸੇ, ਬਾਦਲ ਸਾਹਿਬ ਕਹਿੰਦੇ ਨਾ ਜੀ ਨਾ, ਇਹ ਤੇ ਸਿੱਖ ਨੁਮਾਇੰਦਾ ਪਾਰਟੀ ਆ, ਇਹਦੇ 'ਚ ਮੇਰਾ ਕੋਈ ਦਖਲਅੰਦਾਜ਼ੀ ਨਹੀਂ। ਤੇ ਪ੍ਰਧਾਨ ਜੀ ਜਿਹੜੇ ਨੇ ਧਾਮੀ ਸਾਹਿਬ, ਉਹ ਪਿੱਛੇ ਗੱਡੀ ਦੇ ਉਹਨਾਂ ਨੇ ਖੜੇ ਕੀਤੇ ਹੁੰਦੇ ਆ, ਅਗਲੇ ਪਾਸੇ ਸੁਖਬੀਰ ਹੁੰਦਾ, ਪਿੱਛੇ SGPC ਦਾ ਸਿਰਮੌਰ ਸੰਸਥਾ ਦਾ ਪ੍ਰਧਾਨ ਉਹਦੇ ਪਿੱਛੇ ਖੜਾ ਕੀਤਾ। ਕੀ ਸਿੱਖੀ ਦਾ ਦੱਸਣਾ ਚਾਹੁੰਦੇ ਲੋਕਾਂ ਨੂੰ? ਅੱਛਾ, ਇੱਕ ਹੋਰ ਚੀਜ਼ ਹੈ ਜੀ, ਤੁਸੀਂ SGPC ਗੱਲ ਕੀਤੀ ਹੈ, ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਲੈ ਕੇ ਵੀ ਵੱਡੇ ਸਵਾਲ ਉੱਠੇ ਨੇ। ਅਕਾਲੀ ਦਲ ਨੇ ਵੀ ਇਹ ਸਵਾਲ ਚੁੱਕਿਆ। ਉਹ ਆਂਦੇ ਵੀ BJP ਨੇ ਘੁਮਾ ਫਰਾ ਕੇ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰਤੀ। ਫੈਸਲੇ ਨੂੰ ਕਿਵੇਂ ਦੇਖਦੇ ਹੋ? ਜਿਹੜੀ 9 ਮਾਸ ਦਾ ਰਿਸ਼ਤਾ ਪਤਾ ਨਹੀਂ ਹੁਣ 9 ਉੱਪਰ ਆ ਗਿਆ ਕਿ ਮਾਸ ਉੱਪਰ ਆ ਗਿਆ। ਬਾਦਲ ਸਾਹਿਬ ਇਹੀ ਕਹਿੰਦੇ ਹੁੰਦੇ ਸੀ। ਇਹ ਬਾਦਲ ਤੁਸੀਂ ਕਿਵੇਂ ਮੰਨਦੇ? ਮੇਰੇ ਨਾਲੋਂ ਬੈਟਰ ਜਵਾਬ ਬਾਦਲ ਸਾਹਿਬ ਦੇ ਸਕਦੇ ਨੇ। ਨਹੀਂ, ਪਰ ਤੁਸੀਂ, ਕਿਉਂਕਿ ਮੈਂ ਤੁਹਾਨੂੰ ਤਾਂ ਕੀਤਾ ਕਿਉਂਕਿ ਤੁਹਾਡਾ SGPC 'ਚ ਪਰਸਨਲੀ ਇੰਟਰਸਟ, ਕਿਉਂਕਿ ਖੁਦ ਗੁਰਸਿੱਖ ਹੋ ਤੁਸੀਂ, ਅੰਮ੍ਰਿਤਧਾਰੀ ਹੋ, ਔਰ SGPC ਬਾਰੇ ਤੁਸੀਂ ਗੱਲਾਂ ਕਰਦੇ ਰਹੇ ਹੋ। ਤੁਹਾਨੂੰ ਕੀ ਲੱਗਦਾ ਹੈ ਕਿ ਮਨਜਿੰਦਰ ਸਿਰਸਾ ਹੁਣ BJP ਦੇ ਆਗੂ ਨੇ, ਤਾਂ ਪ੍ਰਧਾਨ, ਇਹਦਾ ਮਤਲਬ BJP ਦਾ ਆਗੂ ਇਸ ਟਾਈਮ ਪ੍ਰਧਾਨ ਹੈ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ? ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਨਜਿੰਦਰ ਸਿੰਘ ਸਿਰਸਾ ਔਰ ਅਕਾਲੀ ਦਲ, ਸੁਖਬੀਰ ਬਾਦਲ ਇੱਕ ਸੀਗੇ। ਤੇ ਜਿਸ ਵੇਲੇ ਮਨਜਿੰਦਰ ਸਿੰਘ ਸਿਰਸਾ ਨੇ ਮੇਰਾ ਖਿਆਲ BJP ਦੀ ਟਿਕਟ ਤੋਂ ਇਲੈਕਸ਼ਨ ਲੜੀ ਸੀ, ਉਸ ਦਿਨ ਹੀ ਸੋਚ ਲੈਣਾ ਚਾਹੀਦਾ ਸੀ ਕਿ ਕੀ ਹੈ। ਬਾਦਲ ਸਾਹਿਬ ਮੇਰਾ ਖਿਆਲ ਅੱਜ ਵੀ RSS ਦੇ ਵਰਕਰ ਹੀ ਲੱਗਦੇ ਨੇ ਮੈਨੂੰ, ਕਿ ਇਹਨਾਂ ਦਾ ਕੋਈ, ਇਹਨਾਂ ਨੂੰ ਇੰਨੇ ਡੂੰਘੇ ਨੇ ਕੋਈ ਸਮਝ ਨਹੀਂ ਸਕਦਾ। ਔਰ ਇੰਨੇ
ਭੰਬਲ ਭੂਸੇ 'ਚ ਪਾ ਦਿੰਦੇ ਨੇ ਕਿ ਇਹ ਉਮਰ ਦੇ ਵਿੱਚ ਅੱਜ ਜੋ ਗੱਲਾਂ ਕਰਨੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਦਾ ਦਿੱਲੀ ਦੀਆਂ ਇਹੋ ਜਿਹੇ ਪ੍ਰਧਾਨ ਬਣਨੇ ਚਾਹੀਦੇ ਨੇ ਜਿਹੜੇ ਸਿੱਖ ਕੌਮ ਨੂੰ ਸੇਧ ਦੇਣ, ਨਾ ਕਿ ਪੋਲੀਟੀਕਲ ਆ। ਜੇ ਹਰਸਿਮਰਤ ਕੌਰ ਬਾਦਲ ਦੀ ਮੈਂ ਪਿੱਛੇ ਵੇਖੀ, ਕਹਿੰਦੀ ਹੈ ਜਿਹੜੀ ਤੱਕੜੀ ਹੈ ਬਾਬੇ ਨਾਨਕ ਦੀ ਤੱਕੜੀ ਸਾਨੂੰ ਦਿਸਦੀ ਹੈ, ਤੇ ਬਾਬੇ ਨਾਨਕ ਦੀ ਤੱਕੜੀ ਨੇ ਤੇ 13 ਤੋਲਿਆ ਸੀ, ਤੇ ਬਾਦਲ ਦੀ ਤੱਕੜੀ ਤੇ ਮੇਰਾ ਹੀ ਤੋਲਦੀ ਰਹੀ ਹੈ। ਉਹਦਾ ਤੇ ਜਵਾਬ ਦੇ ਦੇਣ। ਬਾਬੇ ਨਾਨਕ ਦੀ ਤੱਕੜੀ ਸਾਡੀ ਸਾਰੇ ਦੀ ਤੱਕੜੀ, ਅਕਾਲੀ ਦਲ ਦੀ ਤੱਕੜੀ ਸਾਡੀ ਨਹੀਂ। ਜਿਸ ਦਿਨ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਾਂਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪੋਲੀਟੀਕਲ ਬੰਦਿਆਂ ਦਾ ਵੜਨਾ ਬੰਦ ਕਰਾਂਗੇ। ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਦੇ ਆ ਉਹਨਾਂ ਨੂੰ ਟਿਕਟਾਂ ਦੇਣੀਆਂ ਬੰਦ ਕਰਾਂਗੇ। ਨਾਨ ਪੋਲੀਟੀਕਲ ਜਦੋਂ ਪਾਰਟੀ ਜਿਹੜੇ ਨੁਮਾਇੰਦੇ ਹੋਣਗੇ, ਉਸ ਦਿਨ ਗੁਰਦੁਆਰਿਆਂ ਦਾ ਚੰਗੇ ਢੰਗ 'ਚ ਹੋਏਗਾ ਵਿਕਾਸ। ਅਦਰਵਾਈਜ਼ ਬਾਦਲਾਂ ਨੇ ਜੋ ਬਣਾਈਆਂ ਦਿੱਲੀ ਦੇ ਵਿੱਚ ਇੱਕ ਦੂਜੇ ਦੇ ਕਰਪਸ਼ਨ ਦੇ, ਜਦ ਜੇ ਗੁਰਦੁਆਰੇ ਦੇ ਧਨ ਦੇ ਉੱਤੇ ਕਰਪਸ਼ਨ ਦੇ ਇਲਜ਼ਾਮ ਲੱਗਦੇ ਆ ਤੇ ਲਾਹਨਤ ਇਹੋ ਜੀ ਐਸਜੀਪੀਸੀ ਦੀ ਪ੍ਰਧਾਨਗੀ ਲੈਣੀ ਤੇ ਜਾਂ ਕੋਈ ਹੋਰ ਲੈਣੀ। ਇਸ ਕਰਕੇ ਸਾਨੂੰ ਇਹ ਸਿੱਖੀ ਦੇ ਪ੍ਰਚਾਰ ਵੱਲ ਧਿਆਨ ਦੇਣਾ ਚਾਹੀਦਾ, ਨਾ ਕਿ ਗੁਰਦੁਆਰੇ ਐਸਜੀਪੀਸੀ ਦੇ ਜਿਹੜੀਆਂ ਪ੍ਰਧਾਨਗੀਆਂ ਦੇ ਉੱਤੇ ਇਹੋ ਜਿਹੇ ਕਿੰਤੂ ਪਰੰਤੂ ਖੜੇ ਕਰਨੇ ਚਾਹੀਦੇ। ਪ੍ਰਧਾਨ ਸਾਹਿਬ, ਜਿਸ ਤਰ੍ਹਾਂ ਹੁਣ ਦੇਖੋ ਉੱਥੇ ਤਾਂ ਬੀਜੇਪੀ ਦਾ ਆਗੂ ਜਿਹੜਾ ਪ੍ਰਧਾਨ ਬਣ ਗਿਆ, ਤਾਂ ਐਸਜੀਪੀਸੀ ਚੋਣਾਂ ਨੂੰ ਲੈ ਕੇ ਵੀ ਲਗਾਤਾਰ ਸਵਾਲ ਉੱਠਦੇ ਰਹੇ। ਤੁਸੀਂ ਕਹਿੰਦੇ ਰਹੇ ਕਿ ਇਹਦੇ ਸਾਨੂੰ ਆਉਣਾ ਚਾਹੀਦਾ ਇਹਦੇ 'ਚ। ਬਿਲਕੁਲ, ਮੈਂ ਕਦੀ ਨਹੀਂ ਕਿਹਾ ਕਿ ਸਾਨੂੰ ਆਉਣਾ ਚਾਹੀਦਾ। ਇਹ ਬਿਲਕੁਲ ਗਲਤ ਆ। ਕਦੀ ਵੀ ਜੇ ਮੈਂ ਕਦੀ ਆਵਾਂਗਾ, ਮੈਂ ਪਹਿਲਾਂ ਪਾਰਟੀ ਛੱਡਾਂਗਾ, ਸਭ ਕੁਝ ਛੱਡਾਂਗਾ, ਫਿਰ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਲੜਨ ਲਈ ਜਾਵਾਂਗਾ। ਤੁਹਾਨੂੰ ਲੱਗਦਾ ਹੈ ਕਿ ਪੋਲੀਟੀਕਲ ਔਰ ਇਹ ਵੱਖਰਾ ਹੋਣਾ ਚਾਹੀਦਾ? ਪੋਲੀਟੀਕਲ ਬੰਦੇ ਦਾ ਕੰਮ ਹੀ ਕੋਈ ਨਹੀਂ। ਇਹ ਤੇ ਸੰਤ ਸਮਾਜ ਬੈਠੇ ਵਧੀਆ ਸਿੱਖ ਸਕਾਲਰ ਜਿਹੜੇ ਨੇ, ਜਿਹੜੇ ਇੰਟੈਲੈਕਚੁਅਲ, ਉਹ ਬੰਦੇ ਆਉਣਗੇ ਤੇ ਉਹ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਡੈਡੀਕੇਟਡ, ਜਿਨ੍ਹਾਂ ਨੂੰ ਇਹ ਨਾ ਹੋਵੇ ਕਿ ਅਸੀਂ ਗੁਰਦੁਆਰਾ ਧਨ ਖਾਣਾ, ਇਹ ਨਾ ਹੋਵੇ ਕਿ ਅਸੀਂ ਇਲੈਕਸ਼ਨ ਦੇ ਵਿੱਚ ਇੱਥੋਂ ਲੰਗਰ ਲੈ ਕੇ ਜਾਣਾ, ਇਹ ਨਾ ਹੋਵੇ ਕਿ ਅਸੀਂ ਪਿੰਡਾਂ 'ਚ ਬਰਤਨ ਇਸ ਗੁਰਦੁਆਰਾ ਸਾਹਿਬ ਤੋਂ ਦੇਣੇ, ਜਾਂ ਅਸੀਂ ਇਹ ਨਾ ਹੋਵੇ ਕਿ ਜਿਹੜੇ ਧਰਮ ਪ੍ਰਚਾਰ ਕਮੇਟੀ ਧਰਮ ਪ੍ਰਚਾਰਕ ਰੱਖਿਆ ਉਹ ਧਰਮ ਪ੍ਰਚਾਰ ਤੇ ਕਰਦੇ ਨਹੀਂ, ਉਹ ਅਕਾਲੀ ਦਲ ਦਾ ਪ੍ਰਚਾਰ ਕਰਦੇ ਨੇ। ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਪ੍ਰਧਾਨ ਸਾਹਿਬ, ਵਾਪਸ ਆਉਣੇ ਆ ਉੱਥੇ ਹੀ ਜਿੱਥੋਂ ਆਪਾਂ ਸਟਾਰਟ ਕੀਤੀ ਸੀ, ਬਿਕਰਮ ਮਜੀਠੀਆ ਤੇ। ਤਾਂ ਬਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਕੀ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਤੁਸੀਂ ਦੇਖਿਆ ਕਿ ਰੇਡਾਂ ਜਿਹੜੀਆਂ ਨੇ ਵਧਾਈਆਂ ਨੇ, ਕੀ ਇਹ ਸਿਰਫ ਚੋਣਾਂ ਨੇੜੇ ਕਰਕੇ ਨੇ? ਕਿਉਂਕਿ ਵਿਰੋਧੀ ਹੀ ਕਹਿੰਦੇ ਨੇ ਕਿ ਇਹ ਵਿਖਾਉਣ ਦੀ ਕੋਸ਼ਿਸ਼ ਆ ਕਿ ਦੇਖੋ ਵੀ ਅਸੀਂ ਮਜੀਠੀਆ ਫੜਨਾ, ਭੱਜਿਆ ਫਿਰਦਾ। ਉਹ ਆਂਦੇ ਮਜੀਠੀਆ ਸ਼ੇਰ ਆ, ਉਹ ਕਹਿੰਦੇ ਮਜੀਠੀਆ ਕਿਤੇ ਨਹੀਂ ਭੱਜਿਆ। ਨਹੀਂ, ਮਜੀਠੀਆ ਸ਼ੇਰ ਆ, ਇਹਦਾ ਮਤਲਬ ਨਸ਼ੇ ਵੇਚਣ ਵਾਲਾ ਸ਼ੇਰ ਆ। ਇਹ ਕਿਹੜੀ ਚੀਨ ਦੀ ਕੰਧ ਢਾਹ ਕੇ ਆ ਜਿਹੜਾ ਭੱਜਾ ਫਿਰਦਾ, ਕਿ ਚੀਨ ਦੀ ਕੰਧ ਢਾਈ ਹੈ ਜੀ? ਲੱਗੇ ਇਲਜ਼ਾਮ ਇਹਦੇ ਤੇ, ਆਣ ਕੇ ਅਦਾਲਤ ਵਿੱਚ ਖੜਾ ਹੋਵੇ ਕਿ ਮੇਰੇ ਤੇ ਕੋਈ ਇਲਜ਼ਾਮ ਨਹੀਂ, ਮੈਂ ਖੜਾ ਜੀ, ਮੈਨੂੰ ਕਰੋ ਇੰਟਰੋਗੇਟ। ਇਹ ਕਰੇ, ਫਿਰ ਦੌੜ ਕੇ ਫਿਰਦਾ। ਕਿਹੜੀ ਚੀਜ਼ ਦਾ ਡਰ ਆ? ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਨੇ ਕਿ ਸਾਨੂੰ ਜੀ ਕੋਈ ਡਰ ਨਹੀਂ ਜੇਲ੍ਹਾਂ 'ਚੋਂ। ਬਾਦਲ ਸਾਹਿਬ, ਤੁਸੀਂ ਨਸ਼ੇ 'ਚ ਜਦੋਂ ਫੜੇਗੇ ਉਦੋਂ ਪਤਾ ਲੱਗ ਜੂ ਕਿ ਜੇਲ੍ਹ ਕੀ ਹੁੰਦੀ ਹੈ। ਤਾਂ ਮਜੀਠੀਆ ਸਾਹਿਬ ਜਿਹੜਾ ਸਿੱਧਾ ਇਲਜ਼ਾਮ ਲਾ ਰਹੇ ਨੇ, ਉਹ ਕਹਿੰਦੇ ਕਿ ਤਾਂ ਕਿਉਂਕਿ ਮੈਨੂੰ ਪਹਿਲੇ ਲੱਗਦਾ ਸੀ ਕਿ ਜੇ ਸੱਤਾ ਚਾਹੁੰਦੇ ਨੇ ਤਾਂ ਕਾਰਵਾਈ ਹੋਏਗੀ। ਇਹਦਾ ਮਤਲਬ ਚਾਚਾ ਭਤੀਜਾ ਰਲੇ ਸੀ। ਇਹਦਾ ਮਤਲਬ ਤਾਂ ਇਹੋ ਹੀ ਹੋ ਗਿਆ ਨਾ, ਚਾਚਾ ਭਤੀਜਾ ਰਲੇ ਸੀ ਕਿ ਸੱਤਾ 'ਚ ਜੇ ਇਹ ਆਉਂਦੇ ਨੇ। ਤੇ ਜੇ ਆਏ ਆ ਤੇ ਉਹਦੇ ਬਾਅਦ ਮੈਂ ਬਰਾੜ ਸਾਹਿਬ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਸੀਂ ਕੋਰਟ 'ਚੋਂ ਜਾ ਕੇ ਕੀਤਾ, ਅਸੀਂ ਸਿੱਧਾ ਕੁਝ ਨਹੀਂ ਕੀਤਾ, ਸਿੱਧਾ ਕੋਈ ਗੱਲ ਨਹੀਂ ਕੀਤੀ। ਕੋਰਟ ਦੇ ਵਿੱਚ ਗਏ ਆ, ਕੋਰਟ ਦੇ ਵਿੱਚ ਅਸੀਂ ਇਹ ਵੀ ਗਏ ਆ ਕਿ ਬਰਗਾੜੀ ਵਾਲੇ ਇਸ਼ੂ 'ਤੇ ਵੀ ਗਏ ਆ। ਅਸੀਂ ਉੱਥੋਂ ਦੇ ਡੇਰੇ ਵਾਲਿਆਂ ਦੀ ਅਸੀਂ ਉਹਨਾਂ ਕੋਲੋਂ ਇਨਵੈਸਟੀਗੇਸ਼ਨ ਲਈ ਉਹਨਾਂ ਕੋਲ ਪਰਮਿਸ਼ਨ ਲੈ ਕੇ ਗਏ ਆ। ਤਾਂ ਕੀ ਲੱਗਦਾ ਹੈ ਕਿੱਥੇ ਬਿਕਰਮ ਮਜੀਠੀਆ ਫਿਰ ਲੱਭ ਨਹੀਂ ਰਿਹਾ ਜਿਹੜੇ? ਇਹ ਤਾਂ ਹੁਣ ਮੈਂ ਕਿੱਥੋਂ ਦੱਸ ਦੂੰਗਾ? ਜਿੱਥੇ ਬੈਠੇ ਆ ਉੱਥੇ ਕਰ ਰਹੇ ਆ ਰੇਡ, ਜਿੱਥੇ ਪਤਾ ਚੱਲਦਾ ਉੱਥੇ ਭੇਜ ਦਈਦਾ। ਗ੍ਰਿਫਤਾਰੀ ਹੋਏਗੀ ਤੇ ਜੇ ਲੱਭੇਗਾ ਜ਼ਰੂਰ ਹੋਏਗੀ। ਕੀ ਗੱਲ, FIR ਗ੍ਰਿਫਤਾਰੀ ਲਈ ਦਿੱਤੀ ਔਰ ਅਮਰਿੰਦਰ ਸਿੰਘ ਵਾਂਗੂ ਝੂਠੀ ਸਹੁੰ ਖਾ ਕੀਤੀ ਹੈ। ਜ਼ਮਾਨਤ ਵੀ ਹੋ ਸਕਦੀ ਹੈ ਲੱਗਦਾ। ਜ਼ਮਾਨਤ ਕੋਰਟ ਦੇ ਵਿੱਚ ਤੇ ਮੈਂ ਜੱਜ ਨਹੀਂ ਲੱਗਾ। ਜੇ ਮੈਂ ਵੀ ਜੱਜ ਹੋਵਾਂ ਮੈਂ ਵੀ ਜਸਟਿਸ ਦੇਵਾਂਗਾ। ਬਿਰਸਾ ਸਿੰਘ ਬਲਟੋਆ ਕਹਿੰਦੇ ਕਿ ਜ਼ਮਾਨਤ ਸਾਡੀ ਲੱਗੀ ਹਾਈ ਕੋਰਟ 'ਚ। ਹੋ ਸਕਦਾ ਤਾਂ ਬਿਰਸਾ ਸਿੰਘ ਬਲਟੋਆ ਕੁਝ ਵੀ ਕਰ ਸਕਦਾ, ਉਹ ਤਾਂ ਪਾਕਿਸਤਾਨ 'ਚ ਵੀ ਲਾ ਸਕਦਾ, ਕਿਉਂਕਿ ਉੱਥੇ ਜਾ ਕੇ ਆਇਆ ਰਹਿੰਦਾ ਰਿਹਾ। ਅੰਦਰ ਉਹਨੇ ਕਿਹਾ ਨਹੀਂ ਸੀ ਕਿ ਮੈਂ ਅੱਤਵਾਦੀ ਸੀ, ਹਾਂ ਤੇ ਰਹਾਂਗਾ, ਔਨ ਰਿਕਾਰਡ ਆ। ਬੇਅਦਬੀ ਮਾਮਲੇ 'ਚ ਕਿੱਥੇ ਪਹੁੰਚਿਆ ਜੀ ਕੇਸ? ਬੇਅਦਬੀ ਮਾਮਲੇ ਸਾਡੀ 6 ਨੂੰ ਫੇਰ ਲੱਗੀ ਆ, ਤੇ ਉਹਦੇ 'ਚ ਅਸੀਂ ਕਿਹਾ ਕਿ ਜਿਹੜੀ ਹੈਗੀ ਆ ਕੋਰਟ 'ਚ ਕੇਸ ਉਹ ਲੱਗਾ, 6 ਨੂੰ ਫੇਰ ਮੰਗਾਂਗੇ ਕਿ ਸਾਨੂੰ ਬਾਬੇ ਦਾ ਜਿਹੜਾ ਵਾ ਕਸਟੋਡੀਅਲ ਇੰਟਰੋਗੇਸ਼ਨ ਸਾਨੂੰ ਚਾਹੀਦੀ ਹੈ। ਦਰਬਾਰ ਸਾਹਿਬ ਦੀ ਰਿਪੋਰਟ ਦਾ ਕੀ ਹੋਇਆ ਅਰਦਾਸ ਸਾਹਿਬ? 24 ਘੰਟੇ 48 ਘੰਟੇ ਚੋਂ ਇੱਕ ਮਿੰਟ ਨਾਲ ਦੀ ਨਾਲ ਹੀ ਉਹਨਾਂ ਨੇ ਅੱਜ ਉਹ ਬੰਦਾ ਪਤਾ ਲੱਗਿਆ ਕੌਣ ਸੀ? ਮੇਰਾ ਨਹੀਂ, ਬੰਦੇ ਦਾ ਅਜੇ ਤੱਕ ਕੋਈ ਨਹੀਂ ਪਤਾ। DNA ਕੀਤਾ ਨਹੀਂ, ਗੱਲ ਸੁਣੋ, ਬੰਦਾ ਹੀ ਮਾਰ ਦਿੱਤਾ, ਉਹਦੀ ਕੋਈ ਆਇਡੈਂਟੀਫਿਕੇਸ਼ਨ ਨਹੀਂ, ਕੋਈ ਮੋਬਾਈਲ ਨੰਬਰ ਨਹੀਂ।
ਜੇ ਉਸੇ ਬੰਦੇ ਨੂੰ ਪੁਲਿਸ ਨੂੰ ਫੜਾਇਆ ਜਾਂਦਾ, ਵੇਖੋ ਇੱਕ ਬੰਦਾ ਜਿਹੜਾ ਉੱਥੇ ਆਇਆ ਉਹਦਾ ਵੀ ਅਜੇ ਤੱਕ ਪਤਾ ਲੱਗਾ, ਪਰ ਉਹਦੇ 'ਚ ਲਿੰਕ ਸਾਨੂੰ ਮਿਲ ਗਿਆ ਦੂਸਰੇ ਵਾਲੇ 'ਚ, ਤੇ ਕਿਉਂ ਮਾਰਿਆ ਗਿਆ, ਕੀ ਕੀਤਾ ਗਿਆ, ਕੋਈ ਤੁਹਾਨੂੰ ਉਹਦੇ ਚ ਅੱਗੇ clue ਮਿਲਿਆ ਕੁਛ? ਚਲੇਗੀ ਲਾਈਨ ਤੁਰੀ ਜਾਂਦੀ ਹੈ, ਕਿਉਂਕਿ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ। ਕਦੋਂ ਤੱਕ ਉਮੀਦ ਹੈ? ਨਹੀਂ, ਡਿਸਕਲੋਜ਼ ਤੇ ਆਪੇ ਜਿਹੜੀ ਇਨਕੁਆਇਰੀ ਚੱਲ ਰਹੀ ਹੈ ਉਹਦੇ 'ਚ ਸਾਰੀਆਂ ਏਜੰਸੀਆਂ ਲੱਗੀਆਂ ਨੇ ਕਿ ਇਹਦੀ ਬੈਕਗਰਾਉਂਡ ਕੀ ਹੈ, ਉਹ ਬੰਦਾ ਕੈਟ ਸੀ ਜਿਹਨੇ ਮਾਰਿਆ, ਉਹਦੇ ਰਿਲੇਸ਼ਨ ਕੀ ਸੀਗੇ, ਉਹ ਸਾਰੀ ਚੀਜ਼ਾਂ ਚੱਲ ਰਹੀਆਂ। ਦਰਬਾਰ ਸਾਹਿਬ ਵਾਲੀ ਗੱਲ ਕਰੋ। ਦੂਸਰੇ ਦਰਬਾਰ ਸਾਹਿਬ ਵਾਲੀ 'ਚ ਬੰਦਾ ਮਰ ਗਿਆ ਤੇ ਉਹਦਾ ਜਿਹੜਾ ਹੈਗਾ ਜਾਂ ਤੇ ਕੋਈ ਜਾਂਚ ਜਾਰੀ ਹੈ, ਜਾਂਚ ਜਾਰੀ ਆ, ਔਰ ਉਹਦਾ ਅਸੀਂ ਕਰ ਰਹੇ ਹਾਂ। ਹੁਣ ਦੇਖੋ ਨਾ, ਜਿਹੜਾ ਲੁਧਿਆਣੇ ਬੰਬ ਬਲਾਸਟ ਹੋਇਆ ਸੀ ਤੇ ਅਗਲੇ ਬੰਦੇ ਦੇ ਉਹਦੇ ਟੈਟੂ ਆ ਗਿਆ ਜੀ, ਤੇ ਨਾਲ ਦੀ ਨਾਲ ਹੀ ਸਾਰੇ ਪਾਸੇ ਜਦੋਂ ਦੇਖਿਆ, ਮੈਚ ਕੀਤਾ ਤੇ ਉਹ ਬੰਦਾ ਆ ਗਿਆ। ਹਾਂ, ਆਪਾਂ ਬਲਾਸਟ ਵਾਲੀ ਤੁਸੀਂ ਗੱਲ ਕੀਤੀ ਹੈ, ਮਾਮਲਾ ਕਿੱਥੇ ਕੁ ਪਹੁੰਚਿਆ ਜੀ ਬਲਾਸਟ ਵਾਲਾ? ਉੱਥੇ ਬਹੁਤ ਗ੍ਰਿਫਤਾਰੀਆਂ ਹੋ ਰਹੀਆਂ? ਕੋਈ ਸੁਲਝਾ ਲਿਆ, ਔਰ ਇਹਦੇ ਪਿੱਛੇ ਜੋ ਚੀਜ਼ਾਂ ਹੈਗੀਆਂ ਨੇ ਉਹਦੇ ਅਸੀਂ ਕਾਫੀ ਨੇੜੇ ਪਹੁੰਚੇ ਹਾਂ। ਇਹ ਨਾਰਕੋਟਿਕਸ ਔਰ ਟੈਰਰਿਜ਼ਮ ਦੋਨੋਂ ਰਲ ਕੇ ਜਾਂ ਇਹ ਜਿਹੜੀਆਂ ਚੀਜ਼ਾਂ ਨੇ, ਇਹ ਕਿੰਨੀਆਂ ਗ੍ਰਿਫਤਾਰੀਆਂ ਹੋ ਗਈਆਂ ਜੀ ਉਸ ਤੋਂ ਬਾਅਦ? ਉਹਦੇ ਵਿੱਚ ਉਹਦੀ ਵਾਈਫ ਵੀ ਆ ਗ੍ਰਿਫਤਾਰੀ, ਤੇ ਉਹਦੇ ਭਰਾ ਵੀ ਆ, ਉਹਦੇ ਹੋਰ ਵੀ ਨੇ, ਸਾਰੇ ਗ੍ਰਿਫਤਾਰ ਨੇ ਕਿ ਹਿਰਾਸਤ ਚ ਨੇ? ਉੱਥੇ ਜੇਲ੍ਹ 'ਚ ਵੀ ਸੀਗਾ। ਨਹੀਂ, ਉਹ ਗ੍ਰਿਫਤਾਰ ਹੋ ਗਿਆ ਪਰਿਵਾਰ ਵਾਲੇ ਕਿ ਹਿਰਾਸਤ ਚ ਲਏ? ਪੁੱਛਗਿੱਛ ਚ ਇਹ ਅਜੇ ਪੁੱਛਗਿੱਛ ਸੀ। ਇੱਕ ਬਾਹਰ ਦਾਅਵਾ ਕੀਤਾ ਗਿਆ ਸੀ, ਉਸ ਤੋਂ ਬਾਅਦ ਉਹ ਮੁਲਤਾਨੀ ਜਿਹੜਾ ਗ੍ਰਿਫਤਾਰ ਨਹੀਂ ਹੋਇਆ। ਮੁਲਤਾਨੀ ਜਿਹੜਾ ਨਹੀਂ, ਉਹਦਾ ਉਹਨਾਂ ਨੇ ਕਰ ਲਿਆ ਗ੍ਰਿਫਤਾਰ। ਉਹਦੇ ਜਰਮਨ 'ਚ ਹੀ ਹੋਣਾ ਜੋ ਹੋਣਾ, ਤੇ ਔਰ ਪਾਕਿਸਤਾਨ 'ਚ ਵੀ ਕਈ ਬੈਠਾ। ਸਾਰੇ ਜਿਹੜੀਆਂ ਧਾਰਾਂ ਜਿਹੜੀਆਂ ਜੁੜੀਆਂ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਤਾਂ ਸੁਖਜਿੰਦਰ ਰੰਧਾਵਾ ਪੰਜਾਬ ਦੇ ਗ੍ਰਹਿ ਮੰਤਰੀ ਸਾਰੇ ਮੁੱਦਿਆਂ ਤੇ ਖੁੱਲ੍ਹ ਕੇ ਸਵਾਲ ਜਵਾਬ ਹੋਏ ਨੇ, ਔਰ ਬਿਕਰਮ ਮਜੀਠੀਆ ਦੇ ਮਾਮਲੇ 'ਚ ਕਹਿੰਦੇ ਨੇ ਕਿ ਬਿਲਕੁਲ ਕਾਰਵਾਈ ਜਾਰੀ ਹੈ, ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੈ। ਕਹਿੰਦੇ ਬਿਕਰਮ ਮਜੀਠੀਆ ਅਗਰ ਕਹਿੰਦੇ ਬੇਦੋਸ਼ ਨੇ ਤਾਂ ਆ ਕੇ ਜਾਂਚ ਦਾ ਸਾਹਮਣਾ ਕਿਉਂ ਨਹੀਂ ਕਰ ਰਹੇ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਦੇਖਦੇ ਹਾਂ ਕਿ ਸਿਆਸਤ ਕਿਹੜੇ ਪਾਸੇ ਜਾਵੇਗੀ। ਸਿਆਸਤ ਜ਼ੋਰਾਂ ਤੇ ਹੈ ਕਿਉਂਕਿ ਚੋਣਾਂ ਨੇੜੇ ਨੇ। ਨਿਊਜ਼ 18 ਪੰਜਾਬ ਤੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਫਿਲਹਾਲ ਸੁਖਜਿੰਦਰ ਰੰਧਾਵਾ ਹੋਰਾਂ ਦੇ ਨਾਲ ਗੱਲਬਾਤ ਇੱਥੇ ਹੀ ਖਤਮ ਕਰਦੇ ਹਾਂ। ਧੰਨਵਾਦ।